गुरु नानक अंगद गुरु अमरदास पदबंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद। श्री गुर शब्द कमाए जिन जीते पंच विकार तिन संतन को वंदना सिर चरणन परतार। एक ओंकारा सतगुरु ते प्रसाद सच होय। वाहिगुरु जी की फतेह। विघ्न विनाशन सोय। वाहिगुरु जी की फतेह। विघ्न विनाशन वाहेगुरु साहिब जीओ। दोहरा महिमा सतगुर बचन की। देखो पुन परमान बेमुख भयो कस दुख लयो। सुन श्रोता सावधान। दोहरा महिमा सतगुर बचन की। वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी। आपा गुरसिख संगतां अमृत वेले दे जीवन दियां हाजरियां भरदियां होइयां गुरु नानक साहिब जी का सोहना सुंदर इतिहास सरवण कर रहे सी। सारा सपूर सरवण करके उन कुछ दिनों तो दूसरे पातशाह गुरु अंगद साहिब महाराज जी का सोहना सुंदर इतिहास सरवण किया सुनना शुरू किया है। जो गुरु अंगद साहिब महाराज जी की हजूरी विच समय समय अनुसार गुर सिखाते जाते रहे। बेनतियां करके अपनी भलियाण लई अपनी शंका की निवृत्ति लई सतगुरु के जोदनियां करते रहे। उपदेश लई बेनतियां करते रहे। गुरु अंगद साहिब महाराज जी ने जिस तरह इन्हां दा भला होवे अपने मुखारबिंद राही शुभ उपदेश दे के निहाल करते रहे। वो कुछ सिखा दे प्रसंग आप कुछ सरवण कर ले। अज भी पहला तो महाराज की सिक्ख्या मन के सब कुछ छड़ छिड़ा गया सी, पर कुछ समय तो बाद ये सिक्ख्या नूं छड़ के बेमुख हो गया। जिहड़ा सतगुरु के बचनों नूं मनदा सत्कारदा है वो सुखी हो जाता है। जिहड़ा बचन सतगुरां दे नहीं पालदा पुछदा किवें दुखी होके मरदा है, अगे भी जाके नरकां विच डिगदा है।
ਸਤਿਗੁਰੂ ਦੇ ਬਚਨ ਮੰਨਣ ਦੀ ਮਹਿਮਾ ਤੇ ਉਹ ਬਚਨ ਤੋਂ ਬੇਮੁਖ ਹੋਣ ਦੀ ਜਿਹੜੀ ਇਹਨੂੰ ਘਾਟ ਆਉਂਦੀ ਹੈ, ਇਹਦਾ ਮਾੜਾ ਹੁੰਦਾ ਹੈ। ਬੇਮੁਖ ਹੋਣ ਤੋਂ ਉਹ ਅੱਜ ਦੇ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ ਮਲੂਕੇ ਚੌਧਰੀ ਦਾ। ਜੇ ਇਸ ਤਰ੍ਹਾਂ ਇਹ ਮਹਾਰਾਜ ਦੇ ਸਨਮੁਖ ਵੀ ਹੋਇਆ, ਕੁਝ ਸਮੇਂ ਤੋਂ ਬਾਅਦ ਫਿਰ ਬੇਮੁਖ ਹੋ ਗਿਆ। ਉਹ ਬੇਮੁਖ ਹੋਣ ਤੋਂ ਕੀ ਇਹਨੂੰ ਘਾਟਾ ਪਿਆ, ਕੀ ਨੁਕਸਾਨ ਹੋਇਆ, ਉਹ ਸੋਹਣਾ ਪ੍ਰਸੰਗ ਜਾ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਮਹਿਮਾ ਸਤਿਗੁਰ ਬਚਨ ਕੀ। ਕਵੀ ਸੰਤ ਰੈਣ ਜੀ ਕਹਿ ਰਹੇ, ਸਰੋਤਾ ਜਨੋ, ਸਤਿਗੁਰੂ ਦੇ ਬਚਨ ਦੀ ਜਿਹੜੀ ਮਹਿਮਾ ਹੈ ਉਹ ਮਹਾਨ ਹੀ ਮਹਾਨ ਹੈ। ਦੇਖੋ ਪੁਨ ਪ੍ਰਮਾਨ। ਤੇ ਜੇ ਕਹੋਗੇ ਵੀ ਸਤਿਗੁਰੂ ਦੇ ਬਚਨਾਂ ਦੀ ਕੀ ਮਹਿਮਾ ਹੈ, ਕਹਿੰਦੇ ਇਹਦੇ ਵਿੱਚ ਪੁਨः ਕਹਿੰਦੇ ਪ੍ਰਮਾਣ ਦੇਖ ਲਓ। ਆ ਪ੍ਰਮਾਣ ਪ੍ਰਤੱਖ ਦੇਖ ਲਓ ਵੀ ਜਿਹਨੇ ਬਚਨ ਮੰਨਿਆ ਉਹ ਪਹਿਲਾਂ ਸੁਖੀ ਹੋਇਆ, ਫਿਰ ਜਿਹੜਾ ਬਚਨ ਤੋਂ ਬੇਮੁਖ ਹੋਇਆ ਉਹ ਕਿਵੇਂ ਮਰਿਆ, ਕਿਵੇਂ ਦੋਜਕਾਂ ਨਰਕਾਂ ਵਿੱਚ ਡਿੱਗਿਆ। ਕਹਿੰਦੇ ਪੁਨः ਕਹਿੰਦੇ ਪ੍ਰਤੱਖੀਆ ਪ੍ਰਮਾਣ ਦੇਖ ਲਓ ਤੁਸੀਂ। ਬੇਮੁਖ ਭਇਓ ਕਸ ਦੁਖ ਲਿਓ। ਜਦੋਂ ਸਤਿਗੁਰੂ ਦੇ ਬਚਨਾਂ ਤੋਂ ਕਹਿੰਦੇ ਬੇਮੁਖ ਹੋ ਗਿਆ, ਇਹ ਕਿਸ ਤਰ੍ਹਾਂ ਦਾ ਉਹਨੇ ਦੁੱਖ ਲਿਆ ਉਹ ਤੁਹਾਨੂੰ ਪ੍ਰਮਾਣ ਰਾਹੀਂ ਦੱਸਦੇ ਹਾਂ। ਸੁਨ ਸਰੋਤਾ ਸਾਵਧਾਨ। ਇਹ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਇਹ ਪ੍ਰਸੰਗ ਕਹਿੰਦੇ ਸਾਵਧਾਨ ਹੋ ਕੇ ਸੁਣੋ, ਸਤਰਕ ਹੋ ਕੇ ਸੁਖੋ। ਕਿਉਂਕਿ ਆਮ ਦੇਖਿਆ ਜਾਂਦਾ ਵੀ ਜਦੋਂ ਕਥਾ ਹੁੰਦੀ ਹੋਵੇ, ਕੀਰਤਨ ਹੋਵੇ, ਨੀਂਦ ਬਹੁਤ ਘੇਰਦੀ ਹੁੰਦੀ, ਆਲਸ ਬਹੁਤ ਹੁੰਦੀ ਹੈ। ਕਿਉਂਕਿ ਪਿਛਲੇ ਜਿਹੜੇ ਮਾੜੇ ਕਰਮ ਹੈ ਨਾ, ਉਹ ਫਿਰ ਇਹ ਆ ਕੇ ਰੁਕਾਵਟ ਬਣਦੇ ਵੀ ਹੈ, ਕਿਤੇ ਕਥਾ ਕੀਰਤਨ ਸੁਣ ਕੇ ਲਾਭ ਨਾ ਲੈ ਜਾਏ। ਇਸ ਕਰਕੇ ਥੋੜ੍ਹਾ ਜਿਹਾ ਸਾਵਧਾਨ ਹੋ ਕੇ ਬੈਠਣ ਦੀ ਲੋੜ ਹੁੰਦੀ ਹੈ। ਇਹ ਜਦੋਂ ਇਹ ਸੁਣੀਏ ਸਾਵਧਾਨ ਇਕਾਗਰ ਚੀਤ ਫੇਰ ਹੀ ਹੁੰਦਾ ਹੈ। ਨਹੀਂ ਤਾਂ ਕਈ ਵਾਰੀ ਜਦੋਂ ਸਾਡਾ ਇੱਧਰ ਖਿਆਲ ਨਹੀਂ ਹੁੰਦਾ, ਜਾਂ ਅਸੀਂ ਅੱਖਾਂ ਜਿਹੀਆਂ ਮੀਚ ਕੇ ਗੋਲਿਆਂ ਨੂੰ ਬਹਿ ਜਾਂਦੇ ਹਾਂ, ਤੇ ਨੀਂਦ ਦੇ ਨਾਲ ਅਸੀਂ ਫਿਰ ਬਿਲਕੁਲ ਹੀ ਉਹ ਸਾਡੇ ਕੰਨ ਜੇ ਬੋਲੇ ਹੋ ਜਾਂਦੇ, ਸੁਣਿਆ ਅਣਸੁਣਿਆ ਕਰ ਛੱਡਦੇ ਹਾਂ। ਫਿਰ ਜੈਸਾ ਆਇਆ ਸੰਗਤ ਵਿੱਚ, ਜੈਸਾ ਨਾ ਆਇਆ, ਕੋਈ ਬਹੁਤਾ ਲਾਭ ਨਹੀਂ ਹੈ। ਉਹ ਇਸ ਕਰਕੇ ਕਵੀ ਕਹਿ ਰਿਹਾ ਵੀ ਇਹ ਜਿਹੜੀ ਕਥਾ ਹੈ ਨਾ, ਵੀ ਉਹ ਕਿਵੇਂ ਸਨਮੁਖ ਹੋਇਆ, ਕਿਵੇਂ ਬੇਮੁਖ ਹੋਇਆ ਤੇ ਦੁਖੀ ਹੋਇਆ, ਉਹਦਾ ਸਾਰਾ ਸਾਵਧਾਨ ਹੋ ਕੇ ਤੁਸੀਂ ਪ੍ਰਸੰਗ ਸੁਣੋ ਜੀ। ਚੌਪਈ ਸ੍ਰੀ ਗੁਰ ਅੰਗਦ ਬੇਪਰਵਾਹ। ਕਵੀ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਤਾਂ ਆਪ ਬੇਪਰਵਾਹ, ਉਹਨਾਂ ਨੂੰ ਤਾਂ ਕੋਈ ਲੋੜ ਨਹੀਂ ਹੈ। ਅਨਗਨ ਨਰ ਸ਼ੁਭ ਮਾਰਗ ਪਾਹੇ। ਬੇਪਰਵਾਹ ਹੁੰਦਿਆਂ ਵੀ ਜੋ ਵੀ ਸ਼ਰਨ ਚਰਨ ਵਿੱਚ ਆ ਜਾਂਦਾ, ਉਹ ਬੇਅੰਤ ਲੋਕਾਂ ਨੂੰ ਚੰਗੇ ਰਸਤੇ ਹੀ ਪਾ ਰਹੇ, ਸਭ ਦਾ ਭਲਾ ਹੀ ਸੋਚ ਰਹੇ, ਸਤਿਗੁਰ ਸਭਨਾਂ ਦਾ ਭਲਾ ਮਨਾਏਦਾ। ਆਸ਼ਰਮ ਬਰਨ ਹੰਗਤਾ ਧਰਹੀ। ਫਿਰ ਵੀ ਜਿਹੜੇ ਦੁਨੀਆ ਵਿੱਚ ਵੀ ਅਸੀਂ ਜੀ ਬਾਨਪ੍ਰਸਤੀ ਹੈ, ਅਸੀਂ ਜੀ ਸੰਨਿਆਸੀ, ਅਸੀਂ ਬ੍ਰਹਮਚਾਰੀ ਹਾਂ, ਅਸੀਂ ਜੀ ਇਸ ਤਰ੍ਹਾਂ ਸਾਡੇ ਅਸੀਂ ਬ੍ਰਾਹਮਣ ਆ ਜੀ, ਅਸੀਂ ਸ਼ਸਤਰ ਧਾਰੀ ਆ, ਇਹੋ ਜਿਹੇ ਵਰਨਾ ਸ਼ਰਨਾਂ ਦੀ ਹੰਗਤਾ ਧਾਰਦੇ, ਇਹਦੇ ਉੱਪਰ ਹੰਕਾਰ ਜਾ ਕਰਦੇ ਸੀ। ਹਾਂ ਜੀ, ਸੋ ਗੁਰ ਸੰਗਤ ਕੋ ਨਹਿ ਕਰਹੀ। ਇਹੋ ਜਿਹੇ ਜਿਹੜੇ ਹੰਕਾਰੀ ਜੇ ਲੋਕ ਹੈ ਨਾ, ਜਿਨ੍ਹਾਂ ਨੂੰ ਆਪਣੀ ਇਹ ਚੰਗੀ ਯਾਦ ਆ, ਚੰਗੇ ਸ਼ਰਮ ਦਾ ਹੀ ਮਾਣ ਹੰਕਾਰ ਹੋਇਆ, ਕਹਿੰਦੇ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੰਗਤ ਨਹੀਂ ਕਰਦੇ, ਉਹ ਹੰਕਾਰੀ ਲੋਕ ਪਰੇ ਹੀ ਰਹਿੰਦੇ ਹਨ। ਇੱਕ ਸਮਾਨ ਆਸ਼ਰਮ ਔ ਧਰਮ। ਇਹ ਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਜਿਹੜਾ ਚਾਰੇ ਅਸਰਮਾਂ ਵਾਲਾ ਹੈ, ਉਹ ਵੀ ਇੱਕ ਸਮਾਨ, ਇੱਕ ਬਰਾਬਰ ਹੀ ਹੈ।
क्योंकि चारे सरमां दा जिहड़ा धर्म है गुरु घर दे विच एक समान ही इक्को जिहा ही एक बराबर है। ब्रह्मचारी लिए भी उही धर्म है, उही असूल है। जे कोई गृहस्थी उहदे लिए भी उही है, जे बानप्रस्ती उहदे लिए भी उही है, जे कोई घर बार छड़ के सन्यासी त्यागी हो गया उहदे लिए भी उही असूल है। भावें कोई ब्राह्मण है, भावें क्षत्री है, खत्री है, या वैश्य है, या शूद्र है, वो सारा लिए गुरु नानक साहब जी का जिहड़ा धर्म है वो इक्को जिहा ही, एक बराबर ही है, कोई बखरा बखरा नहीं है। श्री गुर कीए नित निभरम, श्री गुर कीए नित निभरम। हाँ, गुरु महाराज ने हमेशा कहते जिहड़ा भी चरण शरण चल के आया ਉਹਨੂੰ ਭਰਮਾਂ ਤੋਂ ਰਹਿਤ ਕਰ ਦਿੱਤਾ, ਭੁਲੇਖਿਆਂ ਚੋਂ ਕੱਢ ਦਿੱਤਾ ਹੈ, ਅਸਲੀ ਰਸਤਾ ਦੱਸਦਾ ਸੋ ਉਪਦੇਸ਼ ਦੇ ਕੇ। ਪ੍ਰੇਮ ਭਗਤ ਪਰਮੇਸ਼ਰ ਕੇਰੀ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਹੈ, ਉਪਦੇਸ਼ ਹੈ ਇਹ ਮੁਖ ਵਡੇਰੀ। ਇਹਦਾ ਉਪਦੇਸ਼ ਦਿੰਦੇ ਇਹ ਮੁੱਖ ਹੈ, ਸਭ ਤੋਂ ਵੱਡਾ ਸਾਧਨ ਵੀ ਪ੍ਰੇਮ ਨਾਲ ਭਗਤੀ ਕਰੋ। ਦੋ ਪ੍ਰਸ਼ਾਦੇ ਛਕ ਕੇ ਬਾਕੀ ਕੋਈ ਨਹੀਂ, ਵੀ ਜਾ ਕੇ ਲੀੜੇ ਜਾ ਕੇ ਸੁਆਹ ਮਲੋ, ਜਾਂ ਜਟਾਂ ਧਾਰੋ, ਜਾਂ ਧੂਣੇ ਤਾਪੋ, ਜਾਂ ਜਲ ਧਾਰੇ ਕਰੋ। ਦੇਖ ਨਾ ਜੰਗਲਾਂ ਵਿੱਚ ਜਾ ਕੇ ਭੁੱਖੇ ਧਿਆਓ ਮਰੋ, ਜਾਂ ਪੁੱਠੇ ਲੜਕੋ, ਜਾਂ ਪੁਰਾਣਾ ਜਾਂਗ ਕਰੋ। ਇੱਥੇ ਤਾਂ ਵੀ ਪ੍ਰੇਮ ਨਾਲ ਭਗਤੀ ਕਰੋ, ਇਹ ਮੁੱਖ ਸਾਧਨ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸੌਖਾ ਹੀ ਕੰਮ ਹੈ, ਦੋ ਪ੍ਰਸ਼ਾਦੇ ਕਰ ਛਕ ਕੇ ਰੱਬ ਰੱਬ ਕਰੀ ਜਾਣਾ ਹੈ। ਵੱਡ ਭਾਗੀ ਸਿੱਖ ਸੰਗਤ ਜੇਈ, ਜਿਹੜੇ ਕੋਈ ਗੁਰੂ ਕੀ ਸਿੱਖ ਸੰਗਤ ਵਿੱਚ ਵੱਡਿਆਂ ਭਾਗਾਂ ਵਾਲੇ ਪੁਰਸ਼ ਹੈ, ਦੂਰ ਦੂਰ ਤੇ ਆਵੈ ਤੇਈ। ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਹੁਤ ਦੂਰੋਂ ਦੂਰੋਂ ਚੱਲ ਚੱਲ ਕੇ ਆਉਂਦੇ ਹਨ। ਦਰਸ਼ਨ ਪਰਸੈ ਬਾਂਛਤ ਪਾਵੈ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹੈ, ਚਰਨ ਛੂਹਦੇ ਹੈ, ਜੋ ਮਨ ਚਾਹੁੰਦਾ ਉਹੀ ਪਾਉਂਦੇ ਹਨ। ਬਹੁਰ ਆਪਣੇ ਸਾਧਨ ਸਿਧਾਵੈ, ਫਿਰ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ, ਚਲੇ ਜਾਂਦੇ ਹਨ। ਹੁਤੋ ਚੌਧਰੀ ਤਿਸੀ ਗਿਰਾਉ, ਐਸੇ ਖਡੂਰ ਸਾਹਿਬ ਦੇ ਵਿੱਚ ਇੱਕ ਮਲੂਕਾ ਨਾਮ ਦਾ ਚੌਧਰੀ ਹੈ ਸੀ ਰਹਿੰਦਾ। ਭਾਉ ਨਾ ਭਗਤ ਮਲੂਕਾ ਨਾਉ, ਨਾਮ ਤਾਂ ਇਹਦਾ ਮਲੂਕਾ ਸੀ, ਚੌਧਰੀ ਵੀ ਸੀ। ਕਹਿੰਦੇ ਪ੍ਰੇਮ ਨਾਲ ਭਗਤੀ ਭੂਤੀ ਕੋਈ ਨਹੀਂ ਕਰਦਾ, ਬੜਾ ਤਕੜਾ ਸ਼ਰਾਬੀ ਕਬਾਬੀ ਸੀ, ਸ਼ਰਾਬ ਨਾਲ ਰਜਿਆ ਰਹਿੰਦਾ ਸੀ। ਨਿਤਾ ਪ੍ਰਤ ਬਹੁ ਮਦਰੋ ਪਾਨੀ, ਐਸ਼ਾ ਕਹਿੰਦੇ ਸ਼ਰਾਬ ਪੀਣ ਦਾ ਹੀ ਆਦੀ ਹੈ ਸੀ। ਸਭ ਕੋ ਬਕ ਹੈ ਖੋਟ ਵੱਡ ਬਾਨੀ, ਜਦੋਂ ਸ਼ਰਾਬ ਪੀ ਲੈਂਦਾ ਨਸ਼ਾ ਆ ਜਾਂਦਾ, ਫਿਰ ਸਾਰਿਆਂ ਨੂੰ ਖੋਟੇ ਬਚਨੀਏ ਬੋਲਦਾ, ਬੜਾ ਬਕਵਾਸ ਕਰਦਾ ਏ। ਤਬ ਸਮੀਪ ਗੁਰ ਕੇ ਚੱਲ ਆਇਓ, ਐ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਸੁਣ ਕੇ ਇੱਕ ਦਿਨ ਤਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਆ ਗਿਆ ਹੈ। ਆਪਣੋ ਸਰਬ ਬਿਰਤਾਂਤ ਸੁਨਾਇਓ, ਸਾਰੇ ਆਪਣਾ ਪ੍ਰਸੰਗ ਸੁਣਾਇਆ। ਕਹਿੰਦੇ ਮਹਾਰਾਜ ਮੈਂ ਸ਼ਰਾਬ ਪੀਨਾ ਹਾਂ, ਮੈਨੂੰ ਆ ਮਿਰਗੀ ਦੀ ਬਿਮਾਰੀ ਬਹੁਤ ਤੰਗ ਕਰਦੀ ਹੈ, ਕਈ ਕਈ ਘੰਟੇ ਮੈਂ ਬੇਹੋਸ਼ ਪਿਆ ਰਹਿੰਦਾ ਹਾਂ, ਬਹੁਤ ਦੁਖੀ ਹੁੰਦਾ ਹਾਂ। ਮਹਾਰਾਜ ਮੇਰੀ ਮਿਰਗੀ ਦੀ ਬਿਮਾਰੀ ਹਟ ਜਾਏ, ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਬਚਨ ਮੰਨ ਲਵਾਂਗਾ। ਆਪ ਤਪਾ ਜੀ ਪਰਮ ਕਿਰਪਾਲ, ਗੁਰੂ ਅੰਗਦ ਸਾਹਿਬ ਮਹਾਰਾਜ ਆਪ ਤਪ ਕਰਦੇ ਹੋ, ਮਹਾਨ ਤਪ ਹੈ ਤੇ ਬੜੇ ਦਿਆਲੂ ਕਿਰਪਾਲੂ ਵੀ ਹੋ। ਸਭ ਭਾਖੈ ਤੁਮ ਸੁਜਸ ਵਿਸਾਲ, ਇੰਨੇ ਖਡੂਰ ਵਿੱਚ ਰਹਿਣ ਵਾਲੇ ਆ, ਹੋਰ ਲੋਕ ਆਉਂਦੇ ਆ, ਸਾਰੇ ਆਪ ਜੀ ਦਾ ਬੜਾ ਜਸ ਕਰਦੇ ਆ। ਅੱਜ ਦੇ ਸਮੇਂ ਗੁਰੂ ਅੰਗਦ ਸਾਹਿਬ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਹੈ। ਰੋਗ ਅਧਿਕ ਮੇਰੇ ਤਨ ਮਾਹੀ, ਕਿਉਂਕਿ ਆਪ ਜੀ ਦੀ ਜਦੋਂ ਮਿਹਰ ਦੀ ਨਿਗਾਹ ਪੈਂਦੀ ਹੈ, ਰੋਗੀਆਂ ਦੇ ਰੋਗ ਹੋ ਜਾਂਦੇ, ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ,
ਤੇ ਮੈਨੂੰ ਮਾਰਾ ਮਿਰਗੀ ਬਹੁਤ ਪੈਂਦੀ ਹੈ। ਕਰਹੁ ਕਿਰਪਾ ਜਿਮ ਇਹ ਮਿਟ ਜਾਹੀ। ਇਹੋ ਜੀ ਮਾਰਾ ਮੇਰੇ ਤੇ ਮਿਹਰ ਕਰ ਦਿਓ, ਕਿਰਪਾ ਕਰ ਦਿਓ, ਜਿਸ ਕਰਕੇ ਮਿਰਗੀ ਦੇ ਰੋਗ ਪੱਕੇ ਤੌਰ ਤੇ ਮਿਟ ਜਾਏ, ਹਟ ਜਾਏ। ਤਬ ਪ੍ਰਤੀਤ ਔਰ ਮੋਹ ਕੇ ਆਵੇ। ਜਦੋਂ ਮਾਰਾ ਮੇਰੇ ਮਨ ਵਿੱਚ ਵੀ ਯਕੀਨ ਆ ਜਾਊਗਾ। ਇਹੋ ਜਿਮ ਇਹੋ ਕੀਰਤ ਬ੍ਰਿੰਦ ਸੁਨਾਵੇ। ਆਪ ਜੀ ਦੇ ਸਿੱਖ ਸਮੇਤ ਸਾਰੇ ਬੜੀ ਮਹਿਮਾ ਵਡਿਆਈ ਕਰਕੇ ਸੁਣਾਉਂਦੇ ਹੈ ਵੀ ਮਹਾਰਾਜ ਜੀ ਮਿਹਰ ਦੀ ਨਿਗਾਹ ਜਿੱਧਰ ਹੁੰਦੀ ਉਧਰ ਦੁੱਖ ਟੁੱਟਦੇ ਆ, ਰੋਗ ਦੂਰ ਹੁੰਦੇ ਆ। ਸੁਨ ਕਿਰਪਾਲ ਇਮ ਬਾਕ ਬਖਾਨਾ। ਉਹ ਮਲੂਕੇ ਚੌਧਰੀ ਤੋਂ ਸੁਣ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਬਚਨ ਇਸ ਨੂੰ ਕਿਹਾ ਹੈ। ਜੇ ਕਰ ਤਿਆਗ ਦੇਹ ਮਦ ਪਾਨਾ। ਵੇ ਮਲੂਕੇ ਚੌਧਰੀ ਜੇ ਆ ਸ਼ਰਾਬ ਪੀਣਾ ਤੂੰ ਛੱਡ ਦੇ ਵੇ। ਮਿਰਗੀ ਬਾਹਰ ਨ ਉਠੈ ਕਦਾਈ। ਲੈ ਵੀ ਅਸੀਂ ਮਹਾਰਾਜ ਨੂੰ ਬਚਨ ਕਹਿੰਦੇ ਆ, ਫਿਰ ਤੈਨੂੰ ਆ ਮਿਰਗੀ ਦਾ ਦੌਰਾ ਨਹੀਂ ਕਦੇ ਉੱਠੇਗਾ ਪਵੇਗਾ। ਤਨ ਰੋਗ ਤੇਰੋ ਹੋਏ ਜਾਈ। ਬਸ ਜਦੋਂ ਸ਼ਰਾਬ ਛੱਡਤੀ ਆ ਸਰੀਰ ਤੇਰਾ ਬਿਲਕੁਲ ਨਿਰੋਗ ਹੋ ਜਾਏ, ਤੰਦਰੁਸਤ ਹੋ ਜਾਏਗਾ, ਕੋਈ ਤੂੰ ਔਖਾ ਨਹੀਂ ਹੋਵੇਗਾ। ਜੇ ਆਇਸ ਉਲੰਘੈ ਕਿਸ ਕਾਲਾ। ਇਹ ਨਾਲ ਸੁਣ ਲਾ ਵੀ ਜੇ ਸਾਡਾ ਬਚਨ ਜਿਵੇਂ ਆਗਿਆ ਅਸੀਂ ਕੀਤੀ ਹੈ ਇਹਦੀ ਤੋਂ ਲੰਘਣਾ ਕਰੇਗਾ, ਇਹ ਨਹੀਂ ਮੰਨੇਗਾ, ਸ਼ਰਾਬ ਪੀਣ ਲੱਗ ਜਾਏਗਾ। ਕਰ ਹੈ ਪਾਨ ਮਦ ਹੋਏ ਨ ਟਾਲਾ। ਕਹਿੰਦੇ ਇਸ ਤਰ੍ਹਾਂ ਤੂੰ ਨਾ ਟਲਿਆ ਤੇ ਸ਼ਰਾਬ ਪੀ ਲਈ ਤੂੰ ਰੱਜ ਕਰਕੇ। ਤਬ ਮਿਰਗੀ ਹੋਵੇ ਤਨ ਆਨ। ਕਹਿੰਦੇ ਵੇਖ ਲਾ ਮਿਰਗੀ ਦਾ ਰੋਗ ਜਿਹੜਾ ਨਾ ਇਹ ਫੇਰ ਤੈਨੂੰ ਆ ਕੇ ਲੱਗ ਜਾਊਗਾ। ਇਹ ਮਿਰਗੀ ਦਾ ਰੋਗ ਤੈਨੂੰ ਆ ਫੇਰ ਆ ਕੇ ਚਿੰਬੜ ਜਾਊਗਾ। ਜਿਸ ਤੇ ਬਿਨਸ ਜਾਏ ਤਬ ਪ੍ਰਾਨ। ਐਸਾ ਕਹਿੰਦੇ ਮਿਰਗੀ ਦਾ ਦੌਰਾ ਤੈਨੂੰ ਪਏਗਾ, ਤੈਨੂੰ ਪ੍ਰਾਣ ਹੀ ਨਿਕਲ ਜਾਣਗੇ ਤੇ ਪੱਕੇ ਤੌਰ ਤੇ ਕਹਿੰਦੇ ਦੁਨੀਆ ਤੋਂ ਚਲਾ ਜਾਏਗਾ। ਸੁਨ ਬੰਧਨ ਕਰ ਸਦਨ ਸਿਧਾਰਾ। ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਸਤ ਵਚਨ ਕਹਿ ਕੇ ਚੌਧਰੀ ਆਪਣੇ ਘਰ ਵੱਲ ਨੂੰ ਚਲਾ ਗਿਆ ਹੈ। ਤਿਆਗ ਦੀਨ ਮਦ ਪਾਨ ਕੁਢਾਰਾ। ਜਿਹੜਾ ਖੋਟੇ ਢੰਗ ਨਾਲ ਰੋਜ਼ ਸ਼ਰਾਬ ਪੀਂਦਾ ਸੀ ਉਹ ਸਾਰਾ ਹੀ ਨਸ਼ਾ ਇਹਨੇ ਛੱਡ ਦਿੱਤਾ ਹੈ। ਰੋਗ ਮ੍ਰਿਗੀ ਕੋ ਭਇਓ ਬਿਨਾਸਾ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਬਚਨਾਂ ਦੇ ਵਿੱਚ ਬਰਕਤ ਤੇ ਉਸੇ ਵੇਲੇ ਜਿਹੜਾ ਮਿਰਗੀ ਦਾ ਰੋਗ ਨੂੰ ਬੜਾ ਤਕੜਾ ਲੱਗਿਆ ਹੋਇਆ ਸੀ ਸਭ ਖਤਮ ਹੋ ਗਿਆ, ਦੌਰਾ ਪੈਂਦਾ ਹੀ ਨਹੀਂ ਕਦੇ। ਥਾਇਓ ਅਰੋਗੀ ਮਨ ਹੈ ਹੁਲਾਸਾ। ਜਦੋਂ ਰੋਗ ਹੋ ਗਿਆ ਮਨ ਵਿੱਚ ਬੜਾ ਖੁਸ਼ ਹੋਇਆ ਵੀ ਮਸਾਂ ਖੜਾ ਛੁੱਟਿਆ ਇਸ ਤੋਂ। ਚਿਰੰਕਾਲ ਸੁਖ ਭੋਗਿਓ ਪੀਨਾ। ਕਹਿੰਦੇ ਚੌਧਰੀ ਨੇ ਮਹਾਰਾਜ ਦੇ ਬਚਨ ਮੰਨ ਕੇ ਸ਼ਰਾਬ ਛੱਡ ਕੇ ਬਹੁਤ ਸਖੇ ਸਮੇਂ ਤੱਕ ਤਕੜਾ ਸੁਖ ਭੋਗਿਆ ਹੈ। ਮਨ ਕਠੋਰ ਨਹਿ ਕੀਨ ਪਤੀਨਾ। ਪਰ ਮਨ ਕਹਿੰਦੇ ਅਜੇ ਵੀ ਕਰੜਾ ਸਖਤ ਹੈ, ਗੁਰੂ ਕੇ ਬਚਨਾਂ ਤੇ ਇਹਨੂੰ ਕਹਿੰਦੇ ਉਹ ਭਰੋਸਾ ਨਹੀਂ ਆਇਆ, ਯਕੀਨ ਨਹੀਂ ਆਇਆ ਹੈ। ਤਿਆਗ ਦੀਨ ਜੜ ਘੁਰ ਕੇ ਬੈਨ। ਜਿਹੜਾ ਮੂਰਖ ਚੌਧਰੀ ਹੈ ਖੀਰੀ ਕਹਿੰਦੇ ਇੱਕ ਦਿਨ ਗੁਰੂ ਕੇ ਬਚਨਾਂ ਨੂੰ ਛੱਡ ਹੀ ਦਿੱਤਾ ਹੈ। ਪਤਾ ਨਿਹਾਰ ਲੀਨ ਨਿਜ ਨੈਣ। ਭਾਵੇਂ ਆਪਣੇ ਅੱਖਾਂ ਨਾਲ ਐਨ ਪੂਰਾ ਕਹਿੰਦੇ ਪ੍ਰਤਿਆਵਾ ਦੇਖ ਵੀ ਲਿਆ ਵੀ ਜਦੋਂ ਬਚਨ ਮੰਨਿਆ ਸ਼ਰਾਬ ਪੀਣੀ ਛੱਡੀ ਉਦੋਂ ਹੀ ਮਿਰਗੀ ਦਾ ਦੌਰਾ ਹਟ ਗਿਆ, ਸਭ ਕੁਝ ਦੇਖ ਲਿਆ ਹੈ। ਇੱਕ ਦਿਨ ਸ਼ਾਮ ਘਟਾ ਕੁਮਢਾਈ। ਇੱਕ ਦਿਨ ਦੀ ਗੱਲ ਹੈ ਜਿਹੜੀਆਂ ਕਾਲੀਆਂ ਘਟਾਂ ਉਹ ਕਾਸ਼ ਵਿੱਚ ਘੁਲ ਕੇ ਆ ਗਈਆਂ। ਭਈ ਠੰਡ ਬੂੰਦਾਂ ਬਰਖਾਈ। ਬੱਦਲਾਂ ਵਿੱਚ ਬਾਰਿਸ਼ ਦੀਆਂ ਬੂੰਦਾਂ ਬਰਖਣ ਲੱਗੀਆਂ, ਬੜੀ ਮੌਸਮ ਜੀ ਠੰਡੀ ਠਾਰ ਹੋ ਗਈ। ਚੱਲੈ ਵਾਯੂ ਸੁਖ ਦੇਵਨ ਹਾਰੀ। ਹੌਲੀ ਹੌਲੀ ਠੰਡੀ ਠੰਡੀ ਹਵਾ ਸੁਖ ਦੇਣ ਵਾਲੀ ਚੱਲ ਰਹੀ ਹੈ। ਮਦਰ ਮਦਰ ਘਟ ਗਰਜਹਿ ਕਾਰੀ। ਆਕਾਸ਼ ਦੇ ਜਿਹੜੇ ਕਾਲੇ ਬੱਦਲ ਹੈ ਉਹ ਮਿੱਠੀ ਮਿੱਠੀ ਆਵਾਜ਼ ਨਾਲ ਗੱਜ ਰਹੇ ਹਨ। ਤਬ ਹੀ ਮਦਰਾ ਲੀਨ ਮੰਗਾਏ। ਮਲੂਕੇ ਚੌਧਰੀ ਨੇ ਬਸ ਝਟਪਟ ਹੀ ਕਹਿੰਦੇ ਉਹ ਸ਼ਰਾਬ ਮੰਗਾ ਲਈ। ਉਮਗਿਓ ਰਿਦਾ ਰਹਿਓ ਨਹਿ ਜਾਈ। ਪੀਣ ਲਈ ਰਿਦਾ ਜਾ ਉਛਲਿਆ ਹੈ ਤੇ ਬਸ ਪੀਤੇ ਬਿਨਾ ਰਿਹਾ ਨਾ ਗਿਆ ਇਹ ਤੋਂ। ਕਰਿਓ ਭਾਨ ਮੁਖ ਨੁਕਲ ਮੰਗਾਏ। ਪਹਿਲਾਂ ਰੱਜ ਕੇ ਸ਼ਰਾਬ ਪੀ ਲੈਣਾ ਕੀਤੀ ਹੈ, ਉਦੋਂ ਬਾਅਦ ਉਹ ਜਿਹੜਾ ਨੁਕਲ ਉਹ ਮੰਗਾ ਲਿਆ। ਉੱਪਰ ਦੀ ਜਿਹੜਾ ਕੋਈ ਖਾਂਦੇ ਹੁੰਦੇ ਖੱਟਾ ਖੁੱਟਾ ਚਾਰ ਜਾ ਉਹ ਮੰਗਾ ਲਿਆ ਹੈ।
ਖਾਵਤ ਚੜਿਓ ਅਮਲ ਔਰ ਛਾਏ। ਆ ਖਾਂਦਿਆਂ ਸਾਰੀ ਬਸ ਕਹਿੰਦੇ ਉਹ ਅਮਲ ਚੜ ਗਿਆ, ਹਿਰਦਾ ਭਰ ਗਿਆ, ਜਾਨੀ ਐਨ ਪੂਰਾ ਹੀ ਨਸ਼ੇ ਵਿੱਚ ਗੁਨੂਨ ਹੋ ਗਿਆ ਹੈ। ਜਾਏ ਅਰੂਡਿਓ ਬਾਹਰ ਅਟਾਰੀ। ਬਾਹਰ ਰੋਗ ਦੇ ਹੈ, ਸ਼ਰਾਬ ਦੇ ਨਸ਼ੇ ਵਿੱਚ ਰੁੱਝਿਆ ਹੋਇਆ, ਗੁਨੂਨ ਹੋਇਆ, ਆਪਣੀ ਉੱਚੀ ਉਟਾਰੀ ਤੇ ਜਾ ਚੜਿਆ ਹੈ, ਤੀਸਰੀ ਮੰਜ਼ਿਲ ਤੇ ਜਾ ਖੜਾ ਹੈ। ਭਿਖਨ ਬਹਾਰ ਬਰਖ ਤੋਂ ਬਾਰੀ। ਕਿਉਂਕਿ ਬੱਦਲ ਵਿੱਚੋਂ ਪਾਣੀ ਬਰਸ ਰਿਹਾ ਹੈ ਤੇ ਉਹ ਬੁਖਾਰ ਵੇਖਣ ਵਾਸਤੇ ਨਿੱਕੀਆਂ ਨਿੱਕੀਆਂ ਬੂੰਦਾਂ ਬਾਂਦੀ ਹੋ ਰਹੀ, ਉਹਨੂੰ ਦੇਖਣ ਲਈ ਇਹ ਚਲਿਆ ਗਿਆ ਉੱਚੀ ਉਟਾਰੀ ਤੇ। ਘਰ ਮਦ ਪਾਨ ਭਇਓ ਮਤਵਾਰਾ। ਹਾਂ, ਪੂਰੀ ਸ਼ਰਾਬ ਪੀ ਕੇ ਪੂਰਾ ਹੀ ਕਮਲਾ ਹੋਇਆ ਪਿਆ ਏ ਚੌਧਰੀ। ਗੁਰਦਿਸ਼ ਊਚੇ ਕਹਿਓ ਪੁਕਾਰਾ। ਉਸ ਵੇਲੇ ਟਾਰੀ ਤੇ ਚੜ ਕੇ ਗੁਰੂ ਮਹਾਰਾਜ ਵੱਲੀ ਮੁਖ ਜਾ ਕਰਕੇ ਉੱਚੀ ਕਰ ਦੇ ਕੇ ਕਿਹਾ ਨੇ, ਪੁਕਾਰ ਕੇ ਬੋਲਿਆ ਹੈ। ਤਪਾ ਹਟਾਇਓ ਹੁਕਮ ਤੁਮਾਰਾ। ਉਹ ਤਪੇ ਗੁਰੂ ਅੰਗਦ ਸਾਹਿਬ, ਅੱਜ ਮੈਂ ਮਲੂਕੇ ਚੌਧਰੀ ਤੁਹਾਡਾ ਬਚਨ ਮੋੜ ਦਿੱਤਾ ਹੈ, ਅੱਜ ਮੈਂ ਬਚਨ ਤੋਂ ਬੇਮੁਖ ਹੋ ਗਿਆ। ਬੂੰਦਾਂ ਬਰਖਤ ਵੱਡੀ ਬਹਾਰਾ। ਤਪਾ ਜੀ ਕੀ ਦੱਸਾਂ, ਕਹਿੰਦੇ ਆਕਾਸ਼ ਦੇ ਵਿੱਚੋਂ ਬਦਲਾਂ ਵਿੱਚੋਂ ਬੜਾ ਬੂੰਦਾਂ ਬਰਸ ਰਹੀਆਂ, ਨਿੱਕੀਆਂ ਨਿੱਕੀਆਂ ਕਣੀਆਂ, ਬੜੀ ਬਹਾਰ ਲੱਗੀ ਹੈ। ਪੀਵਤ ਵੱਡ ਆਨੰਦ ਭਾ ਮੋਹੀ। ਕਹਿੰਦੇ ਮੈਂ ਸ਼ਰਾਬ ਪੀ ਲਈ ਰਜ ਕੇ ਤਪਾ ਜੀ, ਮੈਨੂੰ ਬੜਾ ਆਨੰਦ ਹੋ ਗਿਆ। ਜੋ ਮਦ ਪੀਵੋ ਜਾਣੇ ਸੋਈ। ਉਹ ਤੁਹਾਨੂੰ ਕੀ ਪਤਾ ਹੈ, ਜਿਹੜੇ ਨਸ਼ਾ ਪੀਂਦੇ ਅਸਲ ਤਾਂ ਉਹੀ ਇਹਦਾ ਜਾਣਦੇ ਸਭ ਕੁਝ। ਤੁਮ ਫਕੀਰ ਕਿਆ ਜਾਣਾ ਹਸਾਰ। ਇਹਦਾ ਘਰ-ਬਾਰ ਛੱਡ ਕੇ ਆ ਫਕੀਰ ਬਣ ਗਿਆ, ਤੁਸੀਂ ਕੀ ਜਾਣਦੇ ਆ ਨਸ਼ਿਆਂ ਦੇ ਆਨੰਦ ਨੂੰ। ਚਤੁਰ ਦਸੋ ਯਹ ਰਤਨ ਉਦਾਰ। ਦੇਖੋ ਇਹ ਤਾਂ ਕਹਿੰਦੇ ਧਾਰਮਿਕ ਪੁਸਤਕਾਂ ਵਿੱਚ 14ਵਾਂ ਰਤਨ ਲਿਖਿਆ ਹੋਇਆ, ਬੜਾ ਸ੍ਰੇਸ਼ਟ। ਇਸਕੇ ਪੀਏ ਚਿੰਤ ਸਭ ਲਟੈ। ਇਹਦੇ ਤਾਂ ਨਸ਼ਾ ਦੇ ਪੀਤਿਆਂ ਹੋਇਆ ਸਾਰੀਆਂ ਚਿੰਤਾ ਕਹਿੰਦੇ ਮਨ ਵਿੱਚੋਂ ਦੂਰ ਹੋ ਜਾਂਦੀਆਂ। ਤੁਮਰੇ ਕਹੇ ਨ ਹਮ ਕਬ ਹਟੈ। ਇਹ ਕਹਿੰਦੇ ਪਿੰਡ ਦੇ ਚੌਧਰੀ ਹੋਏ, ਤੁਹਾਡੇ ਕਹੇ ਅਨੁਸਾਰ ਕਿਸ ਤਰ੍ਹਾਂ ਇਹ ਵੀ ਸ਼ਰਾਬ ਪੀਣਾ 14ਵਾਂ ਰਤਨ ਛਕਣਾ ਛੱਡ ਦਿਆਂਗੇ। ਸ੍ਰੀ ਅੰਗਦ ਸੁਨ ਬਿਕਸੇ ਤਬੈ। ਉਹ ਸ਼ਰਾਬ ਵਿੱਚ ਰੱਜੇ ਵਿੱਚ ਜਦੋਂ ਬੋਲਿਆ ਇਹ ਪਲੂਕਾ ਚੌਧਰੀ, ਮਹਾਰਾਜ ਸੁਣ ਕੇ ਖਿੜਖੜਾ ਕੇ ਹੱਸੇ। ਕਹਿਓ ਸੁਚੇਤ ਹੋ ਤੂੰ ਆਵੈ। ਨਾਲ ਬਚਨ ਇਹ ਵੀ ਕਹਿੰਦਾ, ਚੰਗਾ ਵੀ ਮਲੂਕੇ ਚੌਧਰੀ, ਹੁਣ ਤੂੰ ਬਈ ਸਾਵਧਾਨ ਹੋ ਜਾ। ਛੁੱਟੀ ਮ੍ਰਿਗੀ ਆਈ ਦਿਸ਼ ਤੋਹੇ। ਆ ਜਿਹੜੀ ਮਿਰਗੀ ਇਹ ਵੀ ਇੱਥੇ ਬੰਨੀ ਹੋਈ ਨੂੜੀ ਸੀ, ਇਹ ਛੁੱਟ ਗਈ ਹੈ ਤੇ ਆ ਗਈ ਹੈ ਤੇਰੇ ਤਰਫ ਨੂੰ। ਮਦ ਪਾਨੀ ਕਾ ਫਲ ਅਬ ਜੋਏ। ਇਹ ਤੂੰ ਵੀ ਇਹ ਸ਼ਰਾਬ ਪੀਤੀ, ਉਹਦਾ ਫਲ ਵੀ ਤੂੰ ਆ ਪ੍ਰਤਾਖੀ ਦੇਖ ਲਾ ਹੁਣ। ਬਾਂਦੀ ਹੁਤੀ ਬਚਨ ਕੀ ਇਹੀ। ਇਹਦਾ ਵੀ ਸਾਡੇ ਬਚਨਾਂ ਦੀ ਮਿਰਗੀ ਬੰਨੀ ਹੋਈ ਸੀ ਇੱਥੇ। ਬਚਨ ਨ ਰਹੇ ਟਿਕੈ ਨਹਿ ਇਹੀ। ਜਦੋਂ ਗੁਰੂ ਕਾ ਬਚਨ ਹੀ ਨਹੀਂ ਤੇਰੇ ਕੋਲ ਰਿਹਾ, ਹੁਣ ਇਹ ਸਾਡੇ ਕੋਲ ਕਿਵੇਂ ਟਿਕੇ। ਕਹਿੰਦੇ ਇਸ ਕਰਕੇ ਹੁਣ ਤੇਰੇ ਕੋਲ ਆਈ, ਤੂੰ ਹੁਣ ਸਾਰ ਹੋ ਜਾ। ਤਤਸ਼ਿਨ ਉਠੀ ਮਲੂਕੇ ਜਾਏ। ਝਟ ਪਟ ਕਹਿੰਦੇ ਜਾ ਕੇ ਮਿਰਗੀ ਦਾ ਦੌਰਾ ਮਲੂਕੇ ਨੂੰ ਉੱਠ ਪਿਆ ਪੈ ਗਿਆ। ਗਿਰਿਓ ਅਟਾਰੀ ਤੇ ਉਥ ਲਾਏ। ਉਹ ਤੀਸਰੀ ਮੰਜ਼ਿਲ ਦੀ ਅਟਾਰੀ ਤੋਂ ਕਹਿੰਦੇ ਉਲਟ ਕੇ ਹਰੇਕ ਧਰਮ ਦੇ ਕੇ ਡਿੱਗ ਪਿਆ। ਸੀਸ ਧਰਾ ਪਰ ਲਾਗਿਓ ਜਬੈ। ਜਦੋਂ ਆਉਂਦਿਆਂ ਸਾਰ ਧਰਤੀ ਤੇ ਸਿਰਜਾ ਵੱਜਿਆ ਹੈ। ਫੂਟ ਗਇਓ ਨਿਕਸੀ ਮਿਜ ਤਬੈ। ਪਹਿਲਾਂ ਸਿਰ ਫੁੱਟਿਆ, ਫਿਰ ਵਿੱਚੋਂ ਮਿੱਝ ਜੀ ਨਿਕਲ ਗਈ ਹੈ। ਤਤ ਛਿਨ ਮਾਰਿਓ ਮੁਗਦ ਦੁਖ ਪਾਏ। ਹਾਂਜੀ, ਤਤ ਛਿਨ ਮਾਰਿਓ ਮੁਗਦ ਦੁਖ ਪਾਏ। ਉਹ ਮੂਰਖ ਬੜੀ ਛੇਤੀ ਮਰ ਗਿਆ ਤੇ ਬੜਾ ਦੁੱਖ ਪਾਇਆ ਇਸਨੇ। ਲਾਇਓ ਸਬੰਧਨ ਦਇਓ ਜਰਾਏ। ਵੀਰ ਕਹਿੰਦੇ ਸੁਮਨੀਆਂ ਨੇ ਚੁੱਕ ਲਿਆ, ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਦਿੱਤੀ, ਅਗਲਾ ਕੇ ਸਾੜਤਾ ਇਸਨੂੰ। ਸੋਰਠਾ ਸਤਿਗੁਰ ਸੋ ਉਪਹਾਸ। ਕਵੀ ਜੀ ਕਹਿੰਦੇ ਐ ਸਰੋਤਾ ਜਨੋ, ਜਿਹੜਾ ਗੁਰੂ ਦੇ ਨਾਲ ਠੱਠੇ ਮਖੌਲ
ਕਰਦਾ ਹੈ ਨਾ। ਕਰੇ ਗਰਭ ਧਰ ਮੂਡ ਮਤ, ਮੂਰਖ ਮਤ ਵਾਲਾ ਹੰਕਾਰ ਜਾ ਕਰਕੇ ਜਿਹੜਾ ਮਖੌਲ ਕਰਦਾ ਹੈ ਗੁਰੂ ਨੂੰ, ਤਤ ਛਿਨ ਹੋਏ ਵਿਨਾਸ਼। ਇਹਦਾ ਬੜੀ ਛੇਤੀ ਉਹਦਾ ਫਿਰ ਇਹੋ ਜਿਹੇ ਮੂਰਖ ਦਾ ਖਾਤਮਾ ਹੋ ਜਾਂਦਾ। ਪਾਰੈ ਨਰਕ ਮਰ ਕੈ ਅਗਤ, ਫਿਰ ਹੀ ਕਹਿੰਦੇ ਬੇਮਗਾਤਾ ਹੋ ਕੇ ਮਰਦਾ ਤੇ ਸਿੱਧਾ ਨਰਕਾਂ ਵਿੱਚ ਜਾ ਕੇ ਡਿੱਗਦਾ ਹੈ। ਦੋਹਰਾ ਗੁਰੂ ਸੰਤ ਤੇ ਲਾਭ ਤੇਹ, ਇਸ ਕਰਕੇ ਕਵੀ ਆਪਣੇ ਵੱਲਾ ਕਹਿੰਦਾ ਹੈ ਗੁਰੂ ਮਹਾਰਾਜ ਦੇ ਕੋਲ ਕਿਸੇ ਸਾਧੂ ਸੰਤ ਕੋਲ ਜਾ ਕੇ ਕਹਿੰਦੇ ਉਸੇ ਨੂੰ ਲਾਭ ਹੁੰਦਾ, ਉਹਨੂੰ ਨਫਾ ਮਿਲਦਾ, ਫਲ ਮਿਲਦਾ ਹੈ। ਗੁਰਮੁਖ ਦ੍ਰਿੜ ਮਤ ਹੋ, ਜਿਹੜਾ ਗੁਰਮੁਖ ਬਣ ਜਾਏ ਗੁਰੂ ਕੋਲ ਆ ਕੇ ਬੁੱਧੀ ਦੇ ਵਿੱਚ ਦ੍ਰਿੜ ਭਰੋਸਾ ਕਰ ਲੇ, ਗੁਰੂ ਪਰ ਭਰੋਸਾ ਰੱਖੇ, ਬਚਨਾਂ ਨੂੰ ਮੰਨੇ, ਤੇ ਇਸ ਤਰ੍ਹਾਂ ਕਹਿੰਦੇ ਗੁਰਮੁਖ ਬਣ ਕੇ ਰਹੇ, ਮਨਮੁਖ ਨਾ ਬਣੇ। ਮਨਮੁਖ ਚੰਚਲ ਸਿੱਖ ਕੋ, ਇਹ ਕਹਿੰਦੇ ਮਨੁੱਖ ਵੀ ਕਦੇ ਕਦੇ ਗੁਰੂ ਕਾ ਸਿੱਖ ਬਣ ਜਾਏ ਤੇ ਮਨ ਚੰਚਲ ਹੋਵੇਗਾ, ਸਿੱਖੀ ਉਲਟੀ ਹੋ। ਇਹੋ ਜਿਹੇ ਮਨਮੁਖ ਨੂੰ ਕਹਿੰਦੇ ਸਿੱਖੀ ਧਾਰੀ ਵੀ ਉਲਟੀ ਪੈ ਜਾਂਦੀ, ਦੁਖਦਾਈ ਬਣ ਜਾਂਦੀ। ਜਿਵੇਂ ਮਲੂਕੇ ਨੂੰ ਸਿੱਖੀ ਧਾਰ ਲਈ ਸਿੱਖ ਬਣ ਗਿਆ, ਔਰ ਸ਼ਰਾਬ ਪੀ ਲਈ, ਮਨਮੁਖ ਬਣ ਗਿਆ ਤੇ ਉਲਟੀ ਪੈ ਗਈ, ਸਿੱਧਾ ਨਰਕਾਂ ਵਿੱਚ ਜਾ ਡਿੱਗਿਆ ਹੈ। ਚੌਪਈ ਇੱਕ ਮਾਹਣਾ ਸਿੱਖ ਸੰਗਤ ਮਾਹੇ। ਅੱਗੇ ਪ੍ਰਸੰਗ ਹੋਰ ਕਵੀ ਜੀ ਸ਼ੁਰੂ ਕਰਦੇ ਹੈ। ਕਹਿੰਦੇ ਇੱਕ ਮਾਹਣਾ ਨਾਮ ਦਾ ਸਿੱਖ ਸੀ ਤੇ ਗੁਰੂ ਮਹਾਰਾਜ ਦੀ ਸੰਗਤ ਵਿੱਚ ਕਹਿਓ ਨ ਮਾਨੈ ਸੇਵੈ ਨਾਹੇ, ਕਿਸੇ ਸਿੱਖ ਦਾ ਕਿਹਾ ਹੋਇਆ ਕੋਈ ਬਚਨ ਨਹੀਂ ਮੰਨਦਾ ਸੀ, ਕੋਈ ਸੇਵਾ ਨਹੀਂ ਕਰਦਾ, ਬੇਲੀਆਂ ਹੀ ਖਾਂਦਾ ਸੀ। ਕਿਸ ਕੇ ਕਹੇ ਟਹਿਲ ਨਾ ਕਰੇ, ਜੇ ਕੋਈ ਲਾਗਰੀ ਸੇ ਕਹਿੰਦਾ ਵੀ ਚਲੋ ਤੂੰ ਇੱਥੋਂ ਲਿਆ ਕੇ ਲੱਕੜਾਂ ਹੀ ਰੱਖ ਦੇ, ਜਾਂ ਆਟੇ ਗੁੰਨ ਦੇ, ਜਾਂ ਮਾੜਾ ਮੋਟਾ ਲੂਏ ਕਰ ਦੇ, ਜਾਂ ਇਸੇ ਤਰ੍ਹਾਂ ਖੁਰਚਣਾ ਲੈ ਕੇ ਪ੍ਰਸ਼ਾਦੇ ਲੱਦੀ ਚੱਲ, ਜਾਂ ਇੱਥੇ ਚੋਪੜੀ ਜਾ, ਕਿਸੇ ਦਾ ਕਿਹਾ ਹੋਇਆ ਕਹਿੰਦੇ ਨਹੀਂ ਮੰਨਦਾ ਸੀ, ਬਿਲਕੁਲ ਸੇਵਾ ਕਰਦੇ ਹੀ ਨਹੀਂ ਸੀ। ਚਿਰੰਕਾਲ ਤਿਸ ਅਸ ਬੁੱਧ ਧਰੇ, ਬਹੁਤ ਸਮੇਂ ਤੱਕ ਇਸੇ ਤਰ੍ਹਾਂ ਇਹਨੇ ਇਹੋ ਜਿਹੀ ਅਕਲ ਧਾਰਨ ਕੀਤੀ ਹੈ। ਸ੍ਰੀ ਗੁਰ ਕਹੇ ਕਾਰ ਸੋ ਕਰ ਹੂੰ, ਇੱਕ ਕਹਿੰਦਾ ਤੂੰ ਬੜਾ ਮੋਟਾ ਡੱਕਾ ਤੋੜ ਲਿਆ, ਕਹਿੰਦਾ ਤੁਹਾਡੇ ਨਹੀਂ ਆਖੇ ਲੱਗਣਾ, ਇਹ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੋ ਕੰਮ ਕਹਿਣਗੇ ਉਹ ਮੈਂ ਕਰੂੰਗਾ। ਆਨ ਬਾਕ ਕੋ ਕਾਨ ਨ ਧਰ ਹੋ, ਜਿਹੜੇ ਤੁਸੀਂ ਇੱਥੇ ਫਿਰਦੇ ਨਾ ਉਹ ਤਾਂ ਮੇਰੇ ਵਰਗੇ ਆ, ਮੈਂ ਕਹਿੰਦੇ ਉਹ ਤੁਹਾਡੀਆਂ ਵਰਗਿਆਂ ਦਾ ਬਚਨ ਨਹੀਂ ਕੰਨ ਵਿੱਚ ਧਾਰਨਾ, ਤੁਹਾਡਾ ਕਿਹਾ ਨਹੀਂ ਮੈਂ ਮੰਨਣਾ ਹੈ। ਚਿਰੰਕਾਲ ਬੀਤਿਓ ਤਿਹ ਰਹੈ, ਹਾਂ ਬਹੁਤ ਸਮਾਂ ਕਹਿੰਦੇ ਇਹਨੂੰ ਰਹਿੰਦਿਆਂ ਰਹਿੰਦਿਆਂ ਲੰਘ ਗਿਆ। ਇੱਕ ਦਿਨ ਬ੍ਰਿਧ ਤਿੰਨ ਸੋ ਬਚ ਕਹੇ, ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇਹਨੂੰ ਮਾਣੇ ਸਿੱਖ ਨੂੰ ਬਚਨ ਕਹੇ, ਗੁਰ ਸੰਗਤ ਮਹਿ ਭਲੋ ਕਹਾਵਨ, ਗੁਰ ਸੰਗਤ ਮੈਂ ਭਲੋ ਰਹਾਵਨ। ਕਹਿੰਦੇ ਗੁਰੂ ਕੀ ਸੰਗਤ ਵਿੱਚ ਕਹਿੰਦੇ ਚੰਗਾ ਇਸ ਕਰਕੇ ਰਹਿਣਾ ਹੁੰਦਾ ਹੈ। ਜੇ ਗੁਰੂ ਕੀ ਸੰਗਤ ਵਿੱਚ ਰਹੀਏ ਤੇ ਤਾਂ ਹੀ ਇਹ ਰਹਿਣਾ ਚੰਗਾ ਹੁੰਦਾ ਹੈ। ਭਜਨ ਟਹਿਰ ਕਰ ਕਾਲ ਵਿਤਾਵਨ, ਇਸ ਤਰ੍ਹਾਂ ਜਾਂ ਤਾਂ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਭਜਨ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਜਾਂ ਵੀ ਗੁਰੂ ਕੇ ਲੰਗਰ ਵਿੱਚ ਜਾ ਕੇ ਟਹਿਲ ਕਰਨੀ, ਮੁਫਤ ਸੇਵਾ ਕਰਨੀ। ਇਸ ਤਰ੍ਹਾਂ ਸਮਾਂ ਜਿਹੜਾ ਬਿਤਾਉਣਾ ਨਾ ਭਜਨ ਸਿਮਰਨ ਕਰਕੇ, ਸੇਵਾ ਕਰਕੇ ਚੰਗਾ ਹੁੰਦਾ ਹੈ। ਬੈਠੇ ਦੇਹ ਕਾਜ ਕਿਸ ਆਏ, ਉਹ ਮਾਣੇ ਸਿੱਖ ਤੇਰੇ ਬੈਠਿਆਂ ਹੋਇਆ ਤੇਰਾ ਸਰੀਰ ਭਲਾ ਕਿਸ ਕੰਮ ਆਊਗਾ ਵਿਹਲੜ ਦਾ। ਛੁਵੈ ਨ ਕੋਈ ਮ੍ਰਿਤ ਜਬ ਪਾਏ, ਅਖੀਰੀ ਮਰਨਾ ਤਾਂ ਹਰੀ ਹੈ, ਜਦੋਂ ਤੂੰ ਮਰ ਗਿਆ ਤੇਰੇ ਸਰੀਰ ਨੂੰ ਕੋਈ ਛੋਵੇਗਾ ਨਹੀਂ, ਤੇਰੇ ਨੇੜੇ ਨਹੀਂ ਕੋਈ ਆਏਗਾ, ਚੱਕ ਕੇ ਅਗਲਾਂ ਤੇ ਮਾਰਨਗੇ। ਕਹਿਣ ਲੱਗਿਓ ਗੁਰ ਬਾਕ ਕਹੈ ਜਿਮ, ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗਿਆ ਜੀ ਮੈਂ ਤੁਹਾਡਾ ਨਹੀਂ ਕਿਹਾ ਮੰਨਣਾ, ਇਹ ਤਾਂ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਬਚਨ ਮੈਨੂੰ ਕਹਿਣਗੇ। ਟਹਿਲ ਕਰੋ ਤਿਸ ਕਾਲ ਭਲੇ ਤਿਮ, ਉਸੇ ਸਮੇਂ ਮੈਂ ਚੰਗੀ ਤਰ੍ਹਾਂ ਮੈਂ ਸੇਵਾ ਕਰੂੰਗਾ, ਗੁਰੂ ਤੋਂ ਬਿਨਾਂ ਮੈਂ ਕਿਸੇ ਦੇ ਨਹੀਂ ਆਖੇ ਲੱਗਣਾ। ਕਹਿਓ ਅਪਰ ਕੋ ਮਾਨੋ ਨਾਹੀ, ਅਰੇ ਬਾਬਾ ਬੁੱਢਾ ਸਾਹਿਬ ਤੁਸੀਂ ਹੋਰ ਵੀ ਜੇ ਕੋਈ ਮੈਨੂੰ ਆਖੇ, ਮੈਂ ਕਹਿੰਦੇ ਉਹਨਾਂ ਦਾ ਕਿਹਾ ਨਹੀਂ ਮੰਨ,
यह निश्चा मेरे मन माही। ਇਹਦਾ ਮੇਰੇ ਮਨ ਵਿੱਚ ਪੱਕਾ ਹੀ ਭਰੋਸਾ ਧਾਰਿਆ ਵੀ ਮਹਾਰਾਜ ਕਹਿਣਗੇ ਤਾਂ ਕਰਾਂਗਾ, ਬਾਕੀ ਕਿਸੇ ਸਿੱਖ ਦੇ ਆਖੇ ਲੱਗ ਕੇ ਮੈਂ ਡੱਕਾ ਨਹੀਂ ਤੋੜਨਾ ਹੈ। ਬਹੁਰ ਤਿਸੈ ਬੀਤਾ ਚਿਰ ਕਾਲ। ਕਵੀ ਜੀ ਕਹਿੰਦੇ ਇਸ ਤਰ੍ਹਾਂ ਵਿਹਲਿਆਂ ਸ਼ਖਦਿਆਂ ਨੂੰ ਬਾਹਵੀ ਸਮਾਂ ਲੰਘ ਗਿਆ, ਲੋਕੇ ਜੇ ਰਹਿੰਦਾ ਮਹਾਰਾਜ ਦੇ ਸਾਹਮਣੇ ਹੁੰਦਾ ਹੀ ਨਹੀਂ ਸੀ। ਇੱਕ ਦਿਨ ਬੋਲਿਓ ਸਤਿਗੁਰ ਨਾਲ। ਇੱਕ ਦਿਨ ਕਿਤੇ ਮਹਾਰਾਜ ਬਾਹਰ ਨਿਕਲੇ, ਵੀ ਬਾਹਰ ਜਾ ਨਿਕਲਿਆ ਤੇ ਫੇਰ ਸਤਿਗੁਰੂ ਜੀ ਦੇ ਸਾਥਿਆਂ ਬਚਨ ਬੋਲਿਆ। ਬਹੁਤ ਦਿਵਸ ਕੋ ਮੈਂ ਅਬ ਲਾਖੀ। ਗੁਰੂ ਗੰਗਰ ਸਾਹਿਬ ਮਹਾਰਾਜ ਬਹੁਤ ਦਿਨਾਂ ਦਾ ਮੈਂ ਚਾਹਵਾਨ ਹਾਂ। ਨਿਜ ਮੁਖ ਤੇ ਕਛ ਸੇਵ ਨ ਭਾਖੀ। ਦੇਖੋ ਮਹਾਰਾਜ ਹੋਰ ਸਿੱਖ ਸੇਵਾ ਕਰੀ ਗਏ, ਆਪਣੇ ਮੁਖ ਨਾਲ ਮੈਨੂੰ ਨਹੀਂ ਕੋਈ ਸੇਵਾ ਕਰਨ ਲਈ ਕਿਹਾ ਹੈ ਵੀ ਆ ਤੂੰ ਕਰਿਆ ਕਰ। ਸ੍ਰੀ ਗੁਰ ਅੰਤਰ ਜਾਮੀ ਜਾਨ। ਗੁਰੂ ਅੰਗਦ ਸਾਹਿਬ ਮਹਾਰਾਜ ਅੰਤਰ ਜਾਮੀ ਹੈ, ਸਾਰਾ ਕੁਛ ਇਹਦਾ ਜਾਣ ਲਿਆ ਹੈ। ਭੂਤ ਭਵਿਖ ਅਤ ਸਰਬ ਗਿਆਨ। ਕਿਉਂਕਿ ਗੁਰੂ ਅੰਗਦ ਸਾਹਿਬ ਨੂੰ ਪਿਛਲੇ ਸਮੇਂ ਦਾ ਆਉਣ ਵਾਲੇ ਸਮੇਂ ਦਾ ਸਾਰਾ ਗਿਆਨ ਹੈ, ਸਭ ਕੁਝ ਪਤਾ ਹੈ। ਜਾਣਿਓ ਕਾਲ ਨਿਕਟ ਇਸ ਆਇਓ। ਮਹਾਰਾਜ ਨੇ ਜਾਣ ਲਿਆ ਵੀ ਇਹਦਾ ਤਾਂ ਮਰਨ ਦਾ ਸਮਾਂ ਬਿਲਕੁਲ ਨੇੜੇ ਹੀ ਆ ਗਿਆ ਹੋਇਆ ਹੈ। ਭਜਨ ਟਹਿਲ ਇਸ ਕੁਛ ਨਾ ਕਮਾਇਓ। ਵੇਖੋ ਇਸ ਨੇ ਨਾ ਕੋਈ ਭਜਨ ਕੀਤਾ ਹੈ, ਨਾ ਕਹਿੰਦੇ ਸਾਧ ਸੰਗਤ ਦੀ ਕੋਈ ਸੇਵਾ ਕੀਤੀ ਹੈ, ਐਵੇਂ ਵਿਹਲਾ ਰਹਿ ਕੇ ਸਮਾਂ ਨੇ ਲਗਾਇਆ ਹੈ। ਅਬ ਇਸਕੋ ਉਪਦੇਸ਼ ਲਾਵੈ। ਮਹਾਰਾਜ ਕਹਿੰਦੇ ਵੀ ਹੁਣ ਇਹਨੂੰ ਉਪਦੇਸ਼ ਦੇ ਕੇ ਕਿਸੇ ਪਾਸੇ ਲਾਈਏ, ਜੋੜੀਏ। ਧਾਰੈ ਪ੍ਰਤੀਤ ਪਰਮ ਗਤ ਪਾਵੈ। ਸਾਡੇ ਬਚਨਾਂ ਤੇ ਜੇ ਯਕੀਨ ਧਰੇਗਾ ਤੇ ਉੱਚੀ ਅਵਸਥਾ ਪਾ ਲਵੇਗਾ, ਚੰਗੇ ਥਾਂ ਚਲਾ ਜਾਏਗਾ। ਅਸ ਵਿਚਾਰ ਕਹਿ ਬੇਪਰਵਾਹੇ। ਇਸ ਤਰ੍ਹਾਂ ਦਾ ਸੋਚ ਵਿਚਾਰ ਕਰਕੇ ਬੇਪਰਵਾਹ ਸਤਿਗੁਰੂ ਜੀ ਨੇ ਮਾਣੇ ਸਿੱਖ ਨੂੰ ਕਿਹਾ ਹੈ। ਮਾਨ ਜਰਾਵਹ ਸੇਵਾ ਆਹੇ। ਜਿਸ ਨੂੰ ਸਾਡੇ ਕਹੇ ਤੋਂ ਸੇਵਾ ਕਰਨੀ ਹੈ, ਫਿਰ ਤੇਰੇ ਲਈ ਸੇਵਾ ਇਹ ਹੈ ਵੀ ਤੂੰ ਜਿਹੜਾ ਮਾਣ ਹੰਕਾਰ ਇਹਨੂੰ ਸਾੜਦੇ ਦਗਦ ਕਰਦੇ, ਹੰਕਾਰ ਛੱਡ ਦੇ। ਸੁਨਤ ਨਾ ਸਮਝਾਗਾ ਬਨ ਮਾਹੀ। ਇਹ ਕਿਹੜਾ ਕਿ ਸੰਗਤ ਵਿੱਚ ਗਿਆ ਸੀ, ਸੁਣ ਕੇ ਮਹਾਰਾਜ ਦਾ ਬਚਨ ਸਮਝ ਨਾ ਗਿਆ, ਸਗੋਂ ਜੰਗਲ ਵਿੱਚ ਚਲਿਆ ਗਿਆ ਹੈ। ਲੱਕੜੀ ਕਰੀ ਬਟੋਰਨ ਤਾਹੀ। ਜੰਗਲ ਵਿੱਚ ਜਾ ਕੇ ਕਹਿੰਦੇ ਸੁੱਕੀਆਂ ਲੱਕੜਾਂ ਜੀਆਂ ਇਕੱਠੀਆਂ ਕਰ ਲਈਆਂ ਇਸਨੇ। ਅਗਨ ਜਰਾਏ ਦੀਨ ਤਿਸ ਕਾਲਾ। ਇਸੇ ਤਰ੍ਹਾਂ ਜਿਹੜੀਆਂ ਲੱਕੜਾਂ ਨੂੰ ਅੱਗ ਲਾ ਦਿੱਤੀ, ਬਾਲ ਦਿੱਤੀ। ਭਈ ਪ੍ਰਚੰਡ ਕੋ ਦੇਖ ਜਵਾਲਾ। ਅੱਗ ਦੇਖੀ ਬੜੀ ਬੜੀ ਤਿੱਖੀ ਹੈ, ਲਾਟਾਂ ਕੱਢ ਰਹੀ ਹੈ। ਮਨ ਭਰਮਿਓ ਮਾਣੇ ਤਿਸ ਕਾਲਾ। ਮਨ ਭਰਮ ਗਿਆ, ਭੜ ਗਿਆ ਮਾਣੇ ਸਿੱਖ ਦਾ ਉਸ ਸਮੇਂ। ਮੈਂ ਨ ਜਰੋਂ ਇਹ ਕਾਰ ਕੁਢਾਲਾ। ਕਹਿੰਦੇ ਵੀ ਮੈਂ ਤਾਂ ਨਹੀਂ ਇਹਦੇ ਵੀ ਡੱਕੇ ਸੜਦਾ, ਇਹ ਤਾਂ ਮੇਰੇ ਲਈ ਖੋਟਾ ਤਰ੍ਹਾਂ ਦਾ ਕੰਮ ਹੈ, ਇਹ ਤਾਂ ਮਾੜਾ ਕੰਮ ਹੈ, ਮੈਂ ਤਾਂ ਬਿਲਕੁਲ ਹੀ ਖਤਮ ਹੋ ਜਾਊਂਗਾ। ਇੱਕ ਤਸਕਰ ਚੋਰੀ ਕੋ ਮਾਲ। ਬਸ ਗੇੜੇ ਜੇ ਕੱਢੀ ਜਾਂਦਾ, ਇਰਦ ਗਿਰਦ ਇੱਕ ਚੋਰ ਸੀ, ਚੋਰੀ ਦਾ ਮਾਲ ਲੈ ਕੇ ਲੀਏ ਜਾਤ ਆਇਓ ਤਤਕਾਲ। ਉਹ ਲੈ ਕੇ ਜਾ ਰਿਹਾ ਸੀ, ਪਿੱਛੇ ਬਾਹਰ ਡਾਂਗਾਂ ਵਾਲੇ ਆ ਰਹੇ ਸੀ, ਕਹਿੰਦੇ ਇਸ ਤਰ੍ਹਾਂ ਉਹ ਇੱਥੇ ਆ ਗਿਆ ਹੈ। ਪਿਖ ਅਚਰਜ ਕੋ ਪੁੱਛਨ ਕਰਿਓ। ਉਹ ਵੇਖ ਕੇ ਚਰਜਾ ਹੋਇਆ ਵੀ ਇਹ ਗੇੜੇ ਜੇ ਕੱਢੀ ਜਾਂਦਾ, ਉਹਨੂੰ ਪੁੱਛ ਲਿਆ ਮਾਣੇ ਸਿੱਖ ਨੂੰ ਉਸਨੇ, ਇਹ ਕਿਆ ਕਰਤ ਇਹਾਂ ਕਿਉਂ ਖਰਿਓ। ਇਹ ਤੂੰ ਕੀ ਕਰਦਾ, ਗੇੜੇ ਜੇ ਕੱਢਦੇ ਇੱਥੇ ਕਿਉਂ ਖੜੋਤਾ ਹੈ, ਵੀ ਇਹ ਗੱਲ ਕੀ ਹੈ ਮੈਨੂੰ ਦੱਸ। ਕਹਿ ਮਾਹਣਾ ਗੁਰਮੁਖ ਕੋ ਕਹਿਓ। ਕਹਿੰਦਾ ਵੀ ਸੁਣ ਲਾ ਵੀ ਗੁਰੂ ਮਹਾਰਾਜ ਨੇ ਮੈਨੂੰ ਬਚਨ ਕਿਹਾ ਹੈ, ਜਰੋ ਅਗਨ ਅਬ ਜਾਏ ਨ ਦਹਿਓ। ਲੱਕੜਾਂ ਇਕੱਠੀਆਂ ਕਰਕੇ ਅੱਗ ਲਾ ਜਾ ਤੇ ਸੜ ਜਾ, ਕਹਿੰਦੇ ਹੁਣ ਮੈਥੋਂ ਸੜਿਆ ਮਚਿਆ ਨਹੀਂ ਜਾਂਦਾ ਹੈ। ਤਿਸ ਕੇ ਭਾਗ ਜਗੇ ਤਿਸ ਬੇਰੇ। ਉਹ ਜਿਹੜਾ ਚੋਰ ਸੀ ਨਾ, ਕਹਿੰਦੇ ਉਸ ਵੇਲੇ ਉਹਦੇ ਚੰਗੇ ਭਾਗ ਕੋਈ ਪਿਛਲੇ ਜਨਮਾਂ ਦੇ ਜਾਗ ਪਏ। ਬੋਲਤ ਭਾ ਮਨ ਹੋਏ ਦਲੇਰੇ। ਮਨ ਵਿੱਚ ਦਲੇਰ ਹੋ ਕੇ ਤਕੜਾ
ਹੋ ਕੇ ਤਿਉ ਬੋਲਿਆ ਉਹ ਚੋਰ। ਮੈਂ ਕਲ ਮਲ ਕੀਨੇ ਸਮੁਦਾਏ। ਕਹਿੰਦੇ ਤੂੰ ਤਾਂ ਗੁਰੂ ਕਾ ਸਿੱਖ ਹੈ, ਮੈਂ ਚੋਰ ਹੈ, ਮੈਂ ਬਹੁਤ ਤਕੜੇ ਪਾਪ ਗੁਨਾਹ ਕੀਤੇ ਹੈ। ਇਹਾਂ ਜਰੇ ਤੇ ਸਭ ਮਿਟ ਜਾਏ। ਇੱਥੇ ਗੁਰੂ ਕੇ ਬਚਨਾਂ ਅਨੁਸਾਰ ਵੀ ਮੈਂ ਸੜ ਜਾਊਂਗਾ, ਮੇਰੇ ਸਾਰੇ ਪਾਪ ਮਰ ਜਾਣਗੇ। ਮੋਤੇ ਦਰਬ ਸਰਬ ਅਬ ਲੇਵ। ਜਿੰਨਾ ਚੋਰੀ ਦਾ ਮਾਲ ਧਨ ਹੈ, ਕਹਿੰਦੇ ਉਹ ਮੇਰੇ ਪਾਸੋਂ ਤੂੰ ਸਾਰੇ ਦਾ ਸਾਰਾ ਲੈ ਲਾ। ਸ੍ਰੀ ਗੁਰ ਬਾਕ ਮੋਲ ਮੁਝ ਦੇਵ। ਗੁਰੂ ਮਹਾਰਾਜ ਦੇ ਜਿਹੜੇ ਬਚਨ ਹੈ ਵੀ ਇਸ ਮਾਇਆ ਦੇ ਮੁੱਲ ਨਾਲ ਤੂੰ ਮੈਨੂੰ ਦੇ ਦੇ। ਸੁਨ ਕੈ ਧਨ ਲੀਨਸ ਲਲਚਾਏ। ਲਾਲਚ ਕਰਕੇ ਸੁਣ ਕੇ ਨੇ ਧਨ ਲੈ ਲਿਓ ਚੋਰ ਕੋਲ। ਤਬ ਤਸਕਰ ਤਨ ਦੀਨ ਜਰਾਏ। ਜਿਹੜਾ ਚੋਰ ਸੀ ਨੇ ਛਾਲ ਮਾਰੀ ਬਲਦੀ ਚਿਕਾ ਵਿੱਚ ਆਪਣੇ ਆਪ ਨੂੰ ਦਗਦ ਕਰ ਦਿੱਤਾ, ਸਾੜ ਦਿੱਤਾ। ਸੁਰਪੁਰ ਤੇ ਬਿਬਾਨ ਚੱਲ ਆਵਾ। ਗੁਰੂ ਕੇ ਵਚਨਾਂ ਤੇ ਪਹਿਰਾ ਦੇਣ ਕਰਕੇ ਕਹਿੰਦੇ ਦੇਵ ਲੋਕ ਵਿੱਚੋਂ ਸੋਹਣਾ ਭਗਵਾਨ ਫਿਰ ਆਇਆ। ਇਸ ਲਈ ਸਾਦਰ ਕਹਿ ਕੇ ਤੁਰਤ ਚੜਾਵਾ। ਸਤਿਕਾਰ ਦੇ ਵਚਨ ਕਹਿ ਕੇ ਤੇ ਬੜੀ ਛੇਤੀ ਉਹ ਭਗਵਾਨ ਤੇ ਇਹਨੂੰ ਚੜਾ ਲਿਆ ਹੈ। ਸੁਖ ਆਨੰਦ ਮਹਿ ਜਾਏ ਰਹਿਓ ਹੈ। ਜਿਹੜਾ ਚੋਰ ਪਾਪੀ ਸੀ ਮਹਾਰਾਜ ਦੇ ਵਚਨ ਮੰਨਣੇ ਕਰਕੇ ਕਹਿੰਦੇ ਦੇਵ ਲੋਕ ਵਿੱਚ ਆ ਕੇ ਬੜਾ ਸੁਖੀ ਹੋ ਰਿਹਾ ਹੈ। ਗੁਰ ਬਚਤੇ ਅਗ ਦੇਹ ਦਇਓ ਹੈ। ਕਿਉਂਕਿ ਗੁਰੂ ਕੇ ਬਚਨੋਂ ਨੇ ਕਮਾ ਲਿਆ, ਜਿਸ ਕਰਕੇ ਸਰੀਰ ਤੋਂ ਪਾਪ ਸਾਰੇ ਦਗਦ ਹੋ ਗਏ, ਖਤਮ ਹੋ ਗਏ। ਇਸ ਲਈ ਲੋਭ ਧਾਰ ਸਿੱਖ ਗਮਨਿਓ ਘਰ ਕੋ। ਜਿਹੜਾ ਸਿੱਖ ਸੀ ਉਹ ਧੰਦਾ ਲੋਭ ਲਾਲਚ ਕਰਕੇ ਮਾਲ ਲੈ ਕੇ ਜਦੋਂ ਘਰ ਨੂੰ ਚੱਲਿਆ ਹੈ। ਗਹਿਓ ਨਰਨ ਤਿਸ ਲਖ ਤਸ ਕਰ ਕੋ। ਚੋਰ ਜਾਣ ਕੇ ਜੋ ਕਹਿੰਦੇ ਉਹ ਲੋਕਾਂ ਨੇ ਫੜ ਲਿਆ ਹੈ। ਨਰਪਤ ਕੇ ਤਬ ਕਰਿਓ ਅਗਾਰੀ। ਪਾਤਸ਼ਾਹ ਦੇ ਸਾਹਮਣੇ ਉਹ ਲੋਕਾਂ ਨੇ ਜਾ ਕੀਤਾ ਇਸ ਨੂੰ। ਤਿਨ ਦੇਖਤ ਹੀ ਗਿਰਾ ਉਚਾਰੀ। ਰਾਜੇ ਨੇ ਦੇਖ ਕੇ ਇਸ ਤਰ੍ਹਾਂ ਦਾ ਗੱਲ ਆਖੀ ਹੈ। ਸ਼ੀਨ ਲੇਹ ਇਸ ਕੋ ਸਭ ਮਾਲ। ਇਹਨੇ ਵੇਦਾ ਕਰਦਾ ਜਿੰਨਾ ਮਾਲ ਧਨ ਹੈ ਸਾਰਾ ਲੁੱਟ ਪੁੱਟ ਲਓ, ਖੋਲੋ। ਫਾਂਸੀ ਦੇਹ ਜਾਏ ਤਤਕਾਲ। ਮਾਰ ਜਾ ਕੇ ਕਹਿੰਦੇ ਇਹਨੂੰ ਫਾਂਸੀ ਤੇ ਲਟਕਾ ਦਿਓ, ਫਾਂਸੀ ਦੇ ਕੇ ਮਾਰ ਦਿਓ। ਹੁਕਮ ਮਾਨ ਫਾਂਸੀ ਤਬ ਦੀਨਾ। ਬਾਦਸ਼ਾਹ ਦਾ ਬਚਨ ਮੰਨ ਕੇ ਕਹਿੰਦੇ ਉਹਨੂੰ ਫਾਹੀ ਦੇ ਦਿੱਤਾ। ਮੂਰਖ ਮਾਰਿਓ ਧਰਮ ਤੇ ਹੀਨਾ। ਕਹਿੰਦੇ ਮੂਰਖ ਜਿਹੜਾ ਸਿੱਖ ਸੀ ਨਾ, ਕਹਿੰਦੇ ਧਰਮ ਤੋਂ ਹੀਨਾ ਹੋ ਕੇ ਮਰਿਆ ਹੈ। ਗੁਰੂ ਬਚਨ ਪਰ ਜਿਹ ਪ੍ਰਤੀਤ। ਪਰ ਜਿਸ ਨੂੰ ਗੁਰੂ ਦੇ ਬਚਨਾਂ ਉੱਪਰ ਯਕੀਨ ਸੀ, ਤਿਸ ਹੈ ਮਿਲੈ ਊਚੋ ਪਦ ਨੀਤ। ਅਸਲ ਵਿੱਚ ਤਾਂ ਸਭ ਤੋਂ ਉੱਚਾ ਅਹੁਦਾ ਉਹਨੂੰ ਹੀ ਮਿਲਦਾ ਹੁੰਦਾ ਜਿਹੜਾ ਬਚਨ ਤੇ ਭਰੋਸਾ ਨਹੀਂ ਮਰਦਾ, ਕਮੌਤੀ ਮਰਦਾ ਹੁੰਦਾ ਹੈ। ਤਜ ਹੈ ਬਾਕ ਧਰ ਲੋਭ ਵਿਸਾਲਾ। ਜਿਹੜਾ ਬਹੁਤਾ ਧੰਦਾ ਲੋਭ ਕਰਕੇ ਗੁਰੂ ਕਾ ਬਚਨ ਛੱਡ ਦਿੰਦਾ ਹੈ, ਪਾਵੈ ਨਰਕ ਤੁਰਤ ਹੋਏ ਕਾਲਾ। ਬੜੀ ਛੇਤੀ ਉਹਦੀ ਮੌਤ ਹੋ ਜਾਂਦੀ, ਬੜੀ ਛੇਤੀ ਉਹ ਨਰਕ ਪਾਉਂਦਾ, ਨਰਕ ਵਿੱਚ ਡਿੱਗਦਾ ਹੈ। ਮਾਹਣੇ ਕੋ ਜਮ ਦੇ ਬਹੁ ਤਰਾਸ। ਇਸ ਤਰ੍ਹਾਂ ਜਿਹੜਾ ਮਾੜਾ ਕਹਿੰਦੇ ਉਹ ਬੇਮੁਖ ਹੋ ਕੇ ਮਰਿਆ ਹੈ ਨਾ, ਕਹਿੰਦੇ ਉਹਨੂੰ ਬੜਾ ਜਮਾਂ ਦੀ ਫਾਹੀ ਦਿੱਤੀ ਹੈ। ਪਹੁੰਚੇ ਧਰਮ ਰਾਏ ਕੇ ਪਾਸ। ਇਹਨੂੰ ਫੜ ਕੇ ਜਮਦੂਤ ਧਰਮ ਰਾਜ ਦੇ ਕੋਲ ਲੈ ਗਏ ਹਨ। ਧਰਮ ਦੇਖ ਗੁਰ ਬੇਮੁਖ ਤਾਹੀ। ਜਿਹੜਾ ਧਰਮ ਰਾਜਾ ਉਸਨੇ ਦੇਖਿਆ ਵੀ ਇਹ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਬੇਮੁਖ ਹੋਇਆ ਹੈ। ਕਹਿਓ ਨਰਕ ਕੁੰਭੀ ਦੇਹ ਪਾਹੀ। ਧਰਮਰਾਜ ਨੇ ਜਮਦੂਤਾਂ ਨੂੰ ਕਹਿ ਰਿਹਾ ਵੀ ਇਹਨੂੰ ਜਿਹੜਾ ਕੁੰਭੀ ਨਰਕ ਹੈ ਨਾ, ਜਿਹੜਾ ਭੋਰਾ ਘੜੇ ਵਰਗਾ ਭੋਰਾ ਮੂੰਹ ਜਾਏ, ਉਹਦੇ ਵਿੱਚ ਇਹਨੂੰ ਸਿੱਟ ਦਿਓ, ਪਾ ਦਿਓ। ਤਾਂ ਤੇ ਮਨ ਤੂੰ ਗੁਰ ਬਚ ਮਾਨ। ਕਵੀ ਜੀ ਕਹਿੰਦੇ ਆ ਵੀ ਇਹ ਮੇਰੇ ਮਨਾ, ਤੂੰ ਤਾਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਖਿੜੇ ਮੱਥੇ ਮੰਨ। ਜਿਹ ਤੇ ਤੇਰੀ ਹੋਏ ਕਲਿਆਣ। ਜਿਸ ਕਰਕੇ ਤੇਰੀ ਕਲਿਆਣ ਹੋ ਜਾਏ, ਤੇਰਾ ਭਲਾ ਹੋ ਜਾਏ। ਨਿਤ ਪ੍ਰਤ ਸ਼ਬਦ ਗੁਰੂ ਰਿਦ ਧਾਰ। ਗੁਰੂ ਮਹਾਰਾਜ ਦੇ ਬਚਨਾਂ ਨੂੰ ਤੂੰ ਹਿਰਦੇ ਚ ਕੀ ਤਰ੍ਹਾਂ ਧਾਰ ਲਾ, ਵਸਾ ਲਾ। ਜਿਹ ਤੇ ਪਾਵੈ ਪਦ ਹੈ
ਹੈ ਉਦਾਰ। ਇਸ ਕਰਕੇ ਤੂੰ ਬਹੁਤ ਉੱਚਾ ਉਹਦਾ ਸ੍ਰੇਸ਼ਟ ਉਹਦਾ ਰੁਤਬਾ ਤੂੰ ਪਾ ਲਵੇਂਗਾ। ਏਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਦੁਤੀਏ ਮਹੱਲੇ ਮਲੂਕਿਓ ਮਾਹਣੇ ਵਿਮੁਖ ਹੋਏ ਮਰਨ ਪ੍ਰਸੰਗ ਵਰਣਨ ਨਾਮ ਖਸ਼ਟਮੋ ਮੰਦਰ ਹੈ ਦੋਹਰਾ ਹੈ ਸਤਿਗੁਰ ਕਿਰਪਾ ਕਰੋ। ਵੀ ਕਹਿੰਦਾ ਹੈ ਗੁਰੂ ਅੰਗਦ ਸਾਹਿਬ ਸਤਿਗੁਰੂ ਮੇਰੇ ਤੇ ਕਿਰਪਾ ਕਰੋ। ਦੇਹੋ ਸ਼ੋਭ ਮਤ ਦਾਤਾਰ। ਇਹ ਮਹਾਰਾਜ ਜਿਹੜੀ ਸੋ ਮਤ ਹੈ ਨਾ ਚੰਗੀ ਅਕਲ ਮਤ ਹੈ ਤੁਸੀਂ ਦਾਤੇ ਹੋ ਦਾਤਾਰ ਬਣ ਕੇ ਮੈਨੂੰ ਦੇ ਦਿਓ। ਅਮਰ ਗੁਰੂ ਜਸ ਆ ਮਿਲੇ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮਿਲੇ ਜੁੜੇ। ਵਰਨੋ ਸ਼ੁਭ ਪ੍ਰਕਾਰ। ਸੋਹਣੇ ਢੰਗ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਸੰਗ ਮੈਂ ਫਿਰ ਕਥਨ ਕਰਾਂਗਾ ਜਦੋਂ ਚੰਗੀ ਮੱਤ ਤੁਸੀਂ ਦਾਤੇ ਬਣ ਕੇ ਮੈਨੂੰ ਦੇ ਦਿਓਗੇ। ਚੌਪਈ ਬਾਸਰ ਕੇ 1 ਗ੍ਰਾਮ ਸੁਨਾਮੋ। ਉਹ ਮਹਾਰਾਜ ਕੋਲ ਮੰਗ ਕਰਕੇ ਕਵੀ ਪ੍ਰਸੰਗ ਕਹਿੰਦੇ ਬਾਸਰ ਕੇ ਇੱਕ ਪਿੰਡ ਦਾ ਨਾਮ ਹੈ। ਤੇਜ ਭਾਨ ਭੱਲਾ ਤੇ ਧਾਮੂ। ਉਹ ਬਾਸਰ ਕੇ ਪਿੰਡ ਦੇ ਵਿੱਚ ਤੇਜ ਭਾਨ ਭੱਲਿਆਂ ਦੀ ਬੰਸ ਦੇ ਵਿੱਚੋਂ ਘਰ ਹੈ ਬਣਿਆ ਹੋਇਆ। ਹੁਤੋ ਪਰਗਣੇ ਤੇ ਸਰਦਾਰਾ। ਇਸ ਪਰਗਣੇ ਕੇ ਇਲਾਕੇ ਦਾ ਇਹ ਤੇਜ ਭਾਨ ਬਾਬਾ ਸਰਦਾਰ ਸੀ ਮੁਖੀ ਸੀ। ਰੂਪਵਤੀ ਜਿਸ ਕੇ ਘਰ ਦਾਰਾ। ਚੰਗੇ ਰੂਪ ਵਾਲੀ ਜਿਹਦੇ ਘਰ ਦੇ ਵਿੱਚ ਪਤਨੀ ਹੈ ਸੀ। ਪੁਰਬ ਜਨਮ ਤਪ ਕੀਨ ਕਨੇਰਾ। ਪਿਛਲੇ ਜਨਮਾਂ ਵਿੱਚ ਜਿਸਨੇ ਬਹੁਤ ਹੀ ਤਪੱਸਿਆ ਕੀਤੀ ਸੀ। ਜਨਮਿਓ ਸੁਤ ਸ਼ੁਭ ਗੁਣ ਹੈ ਵਡੇਰਾ। ਇਸ ਕਰਕੇ ਇਹਦੇ ਘਰ ਦੇ ਵਿੱਚ ਚੰਗਾ ਪੁੱਤਰ ਜੰਮਿਆ ਜੋ ਬਹੁਤ ਵੱਡੇ ਗੁਣਾਂ ਵਾਲਾ ਹੈ। ਪ੍ਰਿਥਮਹਿ ਗੁਰ ਸੰਮਤ ਕੇ ਮਾਹੀ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਮਤ ਹੈ ਪਹਿਲਾ ਸੁਦੀ ਬਸਾਖ ਚਤਰ ਦਸ ਆਹੀ। ਚਾਰਣੇ ਪਸਾਖ ਸੀ ਕਹਿੰਦੇ ਉਹ ਵਿਸਾਖ ਦੇ ਮਹੀਨੇ 14 ਥਿਤ ਹੈ ਸੀ ਜਦੋਂ ਇਹ ਉਹਨਾਂ ਦਾ ਅਵਤਾਰ ਹੋਇਆ। ਅੰਮ੍ਰਿਤ ਸਾਮਾ ਜਾਮ ਨਿਸ ਬਾਕੀ। ਅੰਮ੍ਰਿਤ ਵੇਲੇ ਦਾ ਸਮਾਂ ਸੀ ਜੋ ਬਾਕੀ ਰਾਤ ਰਹਿੰਦੀ ਸੀ। ਕ੍ਰਿਤਕ ਨਛਤਰ ਦਿਵਸ ਸ਼ੁਭ ਰਾਕੀ। ਕਿਰਤਕਾ ਨਛਤਰ ਸੀ ਇਸ ਤਰ੍ਹਾਂ ਸੋਹਣਾ ਦਿਨ ਸੀ ਤੇ ਰਾਕੀ ਪੂਰਨਮਾਸੀ ਦਾ ਦਿਨ ਸੀ। ਨਾਮ ਸੋ ਅਮਰਦਾਸ ਤੇ ਰਾਖਾ। ਪਿਤਾ ਤੇਜ ਭਾਨ ਨੇ ਸਾਰਿਆਂ ਨਾਲ ਮਿਲ ਕੇ ਆਪਣੇ ਪੁੱਤਰ ਦਾ ਨਾਮ ਅਮਰਦਾਸ ਕਰਕੇ ਰੱਖਿਆ। ਜੋ ਸਿੱਖਨ ਪੂਰਹਿ ਅਬ ਲਾਖਾ। ਇਹਨਾਂ ਨੇ ਫਿਰ ਗੁਰਤਾ ਗੱਦੀ ਦੇ ਤਖਤ ਉੱਪਰ ਬੈਠ ਕੇ 22 ਮੰਜਿਆਂ ਨੇ ਸਿੱਖਾਂ ਦੀਆਂ ਸਾਰੀਆਂ ਖਾਸ਼ਾਂ ਪੂਰੀਆਂ ਕੀਤੀਆਂ। ਬਾਲ ਅਵਸਥਾ ਭਗਤੀ ਪਾਗੇ। ਅਮਰਦਾਸ ਮਹਾਰਾਜ ਤਾਂ ਬਾਲਕ ਅਵਸਥਾ ਵਿੱਚ ਹੀ ਪਰਮੇਸ਼ਰ ਦੀ ਭਗਤੀ ਵਿੱਚ ਰੰਗੇ ਗਏ ਤਦਾਕਾਰ ਹੋ ਗਏ। ਨਾਮ ਦਾਨ ਇਸ਼ਨਾਨਹਿ ਲਾਗੇ। ਇਸ਼ਨਾਨ ਕਰਨਾ ਨਾਮ ਜਪਣਾ ਦਾਨ ਕਰਨਾ ਬਸ ਇਹ ਤਿੰਨਾਂ ਵਿੱਚ ਜੁੜ ਗਏ ਛੋਟੀ ਉਮਰ ਵਿੱਚ ਹੀ। ਗੁਰ ਸੰਮਤ 41 ਮਾਹੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਨਕ ਸੰਮਤ 41 ਹੋਇਆ ਹੈ। ਮਗਰ ਮਿਤੀ 11 ਆਹੀ। ਮਗਰ ਦੇ ਮਹੀਨੇ ਕਹਿੰਦੇ 11ਵੀਂ ਦਾ ਦਿਨ ਸੀ 11 ਦਿਨ ਮਗਰ ਗਿਆ ਸੀ। ਸਣ ਖਤਰੇ ਕੇ ਨਗਰ ਮਝਾਰੀ। ਇੱਕ ਸਣ ਖਤਰਾ ਹੈ ਕਹਿੰਦੇ ਉਸ ਦੇ ਕਹਿੰਦੇ ਨਗਰ ਦੇ ਵਿੱਚ ਦੇਵੀ ਚੰਦ ਬਹਿਜ ਥੋ ਭਾਰੀ। ਦੇਵੀ ਚੰਦ ਨਾਮ ਦਾ ਖੱਤਰੀ ਸੀ ਬੜਾ ਤਕੜਾ। ਬੇਟੀ ਰਾਮੋ ਜੀ ਤਿਸ ਨਾਮ। ਬੇਟੀ ਰਾਮੋ ਜੀ ਸੀ ਉਸ ਦਾ ਨਾਮ। ਤਿਸ ਸੋ ਵਿਆਹ ਭਇਓ ਅਬ ਰਾਮ। ਉਸ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਸੋਹਣੇ ਢੰਗ ਨਾਲ ਵਿਆਹ ਹੋ ਗਿਆ। ਸੰਮਤ 44 ਜਬ ਪ੍ਰਭ ਛਾਇਓ। ਜਦੋਂ 40 ਸਾਲਾਂ ਦਾ ਪ੍ਰਵੇਸ਼ ਹੋਇਆ ਇੰਨੀ ਉਮਰ ਦੇ ਹੋ ਗਏ। ਪੰਜ ਫਾਗ ਮੋਹਨ ਜਨਮਾਇਓ। ਇਸ ਤਰ੍ਹਾਂ ਕਹਿੰਦੇ 5 ਫੱਗਣ ਸੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿੱਚ
ਮੋਹਨ ਪੁੱਤਰ ਨੇ ਜਨਮ ਲੈ ਲਿਆ ਹੈ। ਸੰਮਤ 52 ਸਾਵਨ 4। ਜਦੋਂ 52 ਸੰਮਤ ਸੀ ਤੇ 4 ਦਿਨ ਸੌਣ ਗਿਆ ਹੋਇਆ। ਜਨਮਿਓ ਸੁਤ ਮੋਹਰੀ ਸੁਖ ਸਾਰ। ਫਿਰ ਸਾਰੇ ਸੁਖ ਦੇਣ ਵਾਲਾ ਕਹਿੰਦੇ ਮੋਹਰੀ ਪੁੱਤਰ ਜਨਮਿਆ ਘਰੇ। ਸੰਮਤ 56 ਸਪਤਮ ਚੇਤ। ਜਿਹੜਾ 56 ਸੰਮਤ ਸੀ ਚੇਤ ਦੇ ਮਹੀਨੇ ਦਾ 7ਵਾਂ ਦਿਨ ਸੀ। ਜਨਮੀ ਸ੍ਰੀ ਭਾਨੀ ਸੁਖ ਸੇਤ। ਸਾਰੇ ਸੁਖਾਂ ਦਾ ਕਹਿੰਦੇ ਪੁਰੂ ਪੋਤਰੂ ਬੀਬੀ ਭਾਨੀ ਜੀ ਨੇ ਜਨਮ ਲੈ ਲਿਆ। ਜੇ ਸਮ ਨਹਿ ਕੋ ਜਗ ਵੱਡ ਭਾਗ। ਇਸ ਭਾਨੀ ਦੇ ਸਮਾਨ ਕੋਈ ਸੰਸਾਰ ਦੇ ਵੱਡਿਆਂ ਭਾਗਾਂ ਵਾਲਾ ਨਹੀਂ ਹੋ ਸਕਦਾ ਹੈ। 68 ਸੰਮਤ 16 ਫਾਗ। ਕਹਿੰਦੇ 68 ਸੰਮਤ ਤੇ 16 ਕਹਿੰਦੇ ਫਗਣ ਗਿਆ ਹੋਇਆ। ਰਾਮਦਾਸ ਸੋਢੀ ਕੁਲ ਕੇਤ। ਗੁਰੂ ਰਾਮਦਾਸ ਸਾਹਿਬ ਜੋ ਸੋਢੀਆਂ ਦੇ ਕੁਲ ਦੇ ਤੁਜਾਰੂ ਹੈ। ਵਿਆਹੀ 300 ਹਰਖ ਸਮੇਤ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੀ ਪੁੱਤਰੀ ਬੜੀ ਖੁਸ਼ੀ ਦੇ ਸਮੇਤ ਰਾਮਦਾਸ ਸਾਹਿਬ ਜੀ ਦੇ ਨਾਲ ਵਿਆਹ ਦਿੱਤੀ ਹੈ। ਅਮਰ ਦੇਵ ਅਤ ਸ਼ਰਧਾ ਧਾਰੇ। ਗੁਰੂ ਅਮਰਦੇਵ ਮਹਾਰਾਜ ਜੀ ਬੜੀ ਸ਼ਰਧਾ ਰੱਖਦੇ ਹੈ। ਗਏ ਬੇਰ 19 ਹਰ ਦੁਆਰੇ। ਪੂਰੇ ਗੁਰੂ ਧਾਰਨ ਕਰੀਏ, ਪੂਰੇ ਗੁਰੂ ਤੋਂ ਉਪਦੇਸ਼ ਲਈਏ, ਪੂਰੇ ਗੁਰੂ ਦੀ ਢੂੰਡ ਵੇਰ ਕਹਿੰਦੇ ਇਸ ਤਰ੍ਹਾਂ ਹਰਿਦੁਆਰ 19 ਵਾਰ ਗਏ। ਬਹੁਰ 20ਵੀਂ ਵਾਰ ਪਧਾਰੇ। ਫਿਰ ਕਹਿੰਦੇ ਇਸ ਤਰ੍ਹਾਂ 20ਵੀਂ ਵਾਰ ਵੀ ਚਲੇ ਗਏ। ਮਿਹੜਾ ਗ੍ਰਾਮਿਕ ਪੰਥ ਮਝਾਰੇ। ਰਸਤੇ ਵਿੱਚ ਕਹਿੰਦੇ ਕਿ ਮਿਹੜਾ ਨਾਮ ਦਾ ਪਿੰਡ ਹੈ ਸੀ। ਦੁਰਗਾ ਨਾਮ ਵਿਪਰ ਤਹਿ ਕੇਰਾ। ਉੱਥੇ ਪਿੰਡ ਦੇ ਵਿੱਚ ਗੁਰਗਾ ਨਾਮ ਦਾ ਬ੍ਰਾਹਮਣ ਰਹਿੰਦਾ ਸੀ। ਗ੍ਰਹਿ ਜਾਤਰੀ ਤਿਸ ਕਰ ਹੈ ਬਸੇਰਾ। ਜਿਹੜੇ ਵੀ ਗੰਗਾ ਹਰਿਦੁਆਰ ਨੂੰ ਜਾਣ ਵਾਲੇ ਯਾਤਰੀ ਇਹਦੇ ਘਰ ਦੇ ਵਿੱਚ ਨਿਵਾਸ ਕਰਦੇ, ਇੱਥੇ ਰਹਿੰਦੇ ਸੀ। ਤਹਾਂ ਗਏ ਸ੍ਰੀ ਅਮਰ ਸੁਜਾਨ। ਜੋ ਸੁਰ ਸਿਆਣ ਗੁਰੂ ਅਮਰਦਾਸ ਮਹਾਰਾਜ ਆਏ ਇਸ ਤਰ੍ਹਾਂ ਕਹਿੰਦੇ ਹਰਿਦੁਆਰ ਤੋਂ ਵਾਪਸ ਆਉਂਦੇ ਇਹਦੇ ਘਰ ਚਲੇ ਗਏ। ਪੰਥ ਤਪਤ ਭਾਨਜ ਮਧਿਆਨ। ਕਿਉਂਕਿ ਰਸਤੇ ਵਿੱਚ ਤਪਸ਼ ਪੈ ਸੀ, ਸੂਰਜ ਦੁਪਹਿਰ ਦੇ ਸਮੇਂ ਦਾ ਹੈ। ਥਿਰੇ ਦੁਪਹਿਰਾ ਹੇਤ ਬਿਤਾਵਨ। ਦੁਪਹਿਰ ਦਾ ਸਮਾਂ ਜਾਂ ਬਤੀਤ ਕਰਨ ਵਾਸਤੇ ਬ੍ਰਾਹਮਣ ਦੇ ਘਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਟਿਕ ਗਏ। ਪੌੜ ਰਹੇ ਜਿਨ ਕੀਰਤ ਪਾਵਨ। ਗੁਰੂ ਅਮਰਦਾਸ ਸਾਹਿਬ ਦੀ ਬੜੀ ਪਵਿੱਤਰ ਕੀਰਤੀ ਮੈਂ ਉਹ ਲੇਟ ਰਿਹਾ ਧਰਤੀ ਤੇ। ਵਿਦਿਆ ਪਠਿਓ ਸੋ ਵਿਪਰ ਵਿਸੇਖਾ। ਜਿਹੜਾ ਦੁਰਗਾ ਦਾਸ ਬ੍ਰਾਹਮਣ ਹੈ ਜੋਸ ਵਿਦਿਆ ਬਹੁਤ ਤਕੜੀ ਪੜਿਆ ਹੋਇਆ। ਸਾਮੁੰਦਰਿਕ ਭੀ ਤਿਸਨੇ ਦੇਖਾ। ਇਹ ਸਾਮੁੰਦਰਿਕ ਸ਼ਾਸਤਰਿਕ ਰੇਖਾ ਵਾਲਾ ਪੁਸਤਕ ਹੈ ਜਿਹਦੇ ਵਿੱਚ ਮੱਥੇ ਦੀਆਂ ਰੇਖਾਂ, ਹੱਥਾਂ ਦੀਆਂ ਰੇਖਾਂ, ਪੈਰਾਂ ਦੀਆਂ ਰੇਖਾਂ ਦਾ ਗਿਆਨ ਹੈ। ਕਹਿੰਦੇ ਆ ਸਮਰੀ ਸ਼ਾਸਤਰ ਵੀ ਇਹਨੇ ਚੰਗੀ ਤਰ੍ਹਾਂ ਦੇਖਿਆ ਸੀ, ਪੜਿਆ ਹੋਇਆ ਸੀ। ਸੁੰਦਰ ਪਾਦਰ ਬਿੰਦ ਨਿਹਾਰਾ। ਇਹਨੇ ਬੈਠਿਆਂ ਬੈਠਿਆਂ ਮਹਾਰਾਜ ਦਾ ਚਰਨ ਕਮਲ ਵਰਗਾ ਦੇਖਿਆ ਜਾਂਦਾ। ਜਿਨਕੇ ਹੋਤੋ ਸੋ ਪਦਮ ਆਕਾਰਾ। ਚਰਨ ਵਿੱਚ ਮਹਾਰਾਜ ਦੇ ਕਹਿੰਦੇ ਪਦਮਾਂ ਦਾ ਆਕਾਰ ਸੀ, ਕਵਲ ਦੀ ਰੇਖਾ ਬਣੀ ਹੋਈ ਸੀ। ਪੇਖਿਓ ਦੂਰ ਤੇ ਪੁੰਨ ਢਿਗ ਆਇਓ। ਪਹਿਲਾਂ ਤਾਂ ਦੂਰੋਂ ਕਹਿੰਦੇ ਉਹ ਰੇਖਾ ਦੇਖੀ ਹੈ, ਫਿਰ ਦੁਰਗਾ ਬ੍ਰਹਮਣ ਨੇੜੇ ਵੀ ਆ ਗਿਆ। ਨੀਕੀ ਰੀਤ ਬਾਹਰ ਦਰਸਾਇਓ। ਚੰਗੀ ਰੀਤੀ ਨਾਲ ਫਿਰ ਗੌਰ ਨਾਲ ਵੇਖਿਆ ਵੀ ਇਹ ਤਾਂ ਪਦਮ ਰੇਖਾ ਹੈ। ਸ੍ਰੀ ਪਤ ਵਿਸ਼ਨ ਭਏ ਅਵਤਾਰਾ। ਇਹ ਮਨੁੱਖ ਤਾਂ ਨਹੀਂ, ਇਹ ਤਾਂ ਮਾਇਆ ਦੇ ਮਾਲਕ ਵਿਸ਼ਨੂੰ ਜੀ ਅਵਤਾਰ ਹੋ ਗਏ। ਕਿਦੋ ਚੱਕਰਵਰਤੀ ਨ੍ਰਿਪ ਭਾਰਾ। ਕਹਿੰਦੇ ਭਾਰਾ ਕੋਈ ਚੱਕਰਵਰਤੀ ਪਾਤਸ਼ਾਹ, ਸਾਰਾ ਦੁਨੀਆ ਦਾ ਪਾਤਸ਼ਾਹ ਹੈ। ਇਨ ਦੋ ਇਨ ਬਿਨ ਅਪਰ ਨ ਕੋ। ਇਹ ਦੋਵਾਂ ਤੋਂ ਬਗੈਰ ਕਹਿੰਦੇ ਹੋਰ ਕਿਸੇ ਦੇ ਪੈਰਾਂ ਵਿੱਚ ਇਹੋ ਜੀ ਰੇਖਾ ਨਹੀਂ ਹੁੰਦੀ ਹੈ। ਪਦਮ ਰੇਖ ਇਮ ਧਾਰਹਿ ਦੋ। ਸਿਰਫ ਦੋ, ਜਾਂ ਤਾਂ ਚੱਕਰਵਰਤੀ ਪਾਤਸ਼ਾਹ ਜਾਂ ਵਿਸ਼ਨੂੰ ਦਾ ਅਵਤਾਰ ਹੋਊਗਾ, ਬਸ ਉਹ ਇਹ ਰੇਖਾ ਧਾਰਦੇ, ਹੋਰ ਤੀਸਰੇ ਦੇ ਕਿਤੇ ਨਹੀਂ ਹੁੰਦੀ ਹੈ। ਪੌਡੇ ਸੁਪਤ ਰਹੇ ਤਹ ਜਾਵਤ। ਜਦੋਂ ਤੱਕ ਮਾਰਾ ਲੇਟੇ ਹੋਏ ਬਰਾਜੇ ਰਹੇ। ਰਹਿਓ ਵਿਚਾਰਤ ਦਿਜਬਰ ਤਾਵਤ। ਬ੍ਰਾਹਮਣ ਕੋਲ ਬੈਠਾ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਰਿਹਾ ਵੀ ਵੇਖੋ ਬਿਰਧ ਅਵਸਥਾ ਹੋ ਗਈ ਹੈ, ਇਹ ਮਹਾਨ ਹੋਣੇ ਸੀ,
ਇਹ ਇਸਾਂ ਦੇ ਕਿਵੇਂ ਪਏ ਹੋਏ ਧਰਤੀ ਤੇ ਲੇਟੇ ਦਾ ਫਲ ਇਹਨਾਂ ਨੂੰ ਕਿਉਂ ਨਹੀਂ ਮਿਲਿਆ ਹੈ। ਨਿਸ਼ਾਨੀ ਛੰਦ ਜਾਗ ਉਠੇ ਸ੍ਰੀ ਅਮਰ ਜੀ। ਇਧਰ ਗੁਰੂ ਅਮਰਦਾਸ ਮਹਾਰਾਜ ਜੀ ਆਰਾਮ ਜਾ ਕਰਕੇ ਜਦੋਂ ਜਾਗ ਕੇ ਉੱਠ ਖੜੋਤੇ, ਚੱਲਬੇ ਕਰ ਤਿਆਰੀ, ਇਹਦੇ ਘਰ ਤੋਂ ਅੱਗੇ ਨੂੰ ਚੱਲਣ ਲਈ ਤਿਆਰੀ ਕੀਤੀ ਹੈ। ਪਿਪਰ ਨਿਕਟ ਬੈਠਤ ਭਇਓ, ਬ੍ਰਾਹਮਣ ਕੋਲੇ ਬੈਠ ਰਿਹਾ ਹੈ ਸੀ। ਦੇਖਤ ਹਿਤ ਧਾਰੀ, ਬੜਾ ਪ੍ਰੇਮ ਧਾਰ ਕੇ ਉਹ ਦੇਖੀ ਜਾ ਰਿਹਾ ਸੀ ਮਹਾਰਾਜ ਵੱਲ। ਦੇਣ ਲਗੇ ਤਬ ਦਛਨਾ, ਫਿਰ ਮਹਾਰਾਜ ਆਪਣੇ ਕੋਲੋਂ ਕੁਝ ਮਾਇਆ ਨੂੰ ਦੇਣ ਲੱਗੇ। ਦਿਜਜੂ ਇਹੋ ਲੀਜੈ, ਇਹ ਵੀ ਤੂੰ ਆਏ ਗਏ ਦੀ ਸੇਵਾ ਕਰ ਰਹੇ ਆ, ਕੁਝ ਮਾਇਆ ਸਾਡੇ ਕੋਲੋਂ ਲੈ ਲੈ। ਜਾਵੈ ਹਮ ਹਰ ਦਵਾਰ ਕੋ, ਅਸੀਂ ਵੀ ਹੁਣ ਅਸੀਂ ਹਰਿਦੁਆਰ ਗੰਗਾ ਤੇ ਜਾਵਾਂਗੇ। ਤੁਮ ਆਸਿਖ ਦੀਜੈ, ਬਈ ਆਸ਼ੀਰਵਾਦ ਦੇ ਰਸਤੇ ਵਿੱਚ ਕੋਈ ਰੁਕਾਵਟ ਨਾ ਪਵੇ। ਵਿਪਰ ਦੀਨ ਬਨ ਬਿਨੈ ਭਨੈ, ਬ੍ਰਾਹਮਣ ਦੁਰਗਾ ਦਾਸ ਨੇ ਬੜਾ ਆਇਨ ਮਾਣਾ ਜਾ ਬਣ ਕੇ ਬੇਨਤੀ ਕੀਤੀ। ਮੈਂ ਅਬ ਨਹਿ ਲਿਉ, ਇਹ ਗੁਰੂ ਅਮਰਦਾਸ ਸਾਹਿਬ ਜੀ ਜਿਹੜੀ ਮਾਇਆ ਮੈਂ ਹੁਣ ਨਹੀਂ ਲਊਂਗਾ। ਜਬ ਸਮਰੱਥ ਹੋਵੋ ਮਹਾ, ਚਲੋ ਤੁਸੀਂ ਕਿਤੇ ਮਾਰਾ ਕਿਸੇ ਮਹਾਨ ਤਾਕਤਵਰ ਹੋ ਗਏ, ਤਬ ਲੈਨ ਕਰਿਉ, ਚਲੋ ਮਾਰਾ ਮੈਂ ਖੁੱਲੇ ਗਫੇ ਤੁਹਾਡੇ ਕੋਲੋਂ ਫਿਰ ਮੂੰਹ ਮੰਗਿਆ ਲਵਾਂਗਾ। ਸੁਨ ਸ੍ਰੀ ਅਮਰ ਬਖਾਨਿਓ, ਗੁਰੂ ਮਹਾਰਾਜ ਨੇ ਸੁਣ ਕੇ ਦੁਰਗਾ ਦਾਸ ਬ੍ਰਾਹਮਣ ਨੂੰ ਕਿਹਾ, ਕੈਸੇ ਤੁਮ ਜਾਨੀ, ਅਸੀਂ ਵੀ ਬਹੁਤ ਮਹਾਨ ਬਣ ਗਏ, ਗੱਲ ਤੂੰ ਕਿਸ ਤਰ੍ਹਾਂ ਜਾਣ ਲਈ ਹੈ। ਕਹਿ ਦਿਜ ਰਾਵਰ ਪਦ ਪਦਮ, ਬ੍ਰਾਹਮਣ ਕਹਿਣ ਲੱਗਿਆ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ ਕਵਲ ਰੇਖਾ ਹੈ। ਸ੍ਰੀ ਪਤ ਹੈ ਨਿਸ਼ਾਨੀ, ਇਹ ਕਹਿੰਦੇ ਭਗਵਾਨ ਵਿਸ਼ਨੂੰ ਦੇ ਚਰਨਾਂ ਵਿੱਚ ਰੇਖੀ ਹੁੰਦੀ ਹੈ, ਉਸ ਦੀ ਨਿਸ਼ਾਨੀ ਹੈ। ਅਤ ਉਤਮ ਲੱਛਣ ਇਹੀ, ਇਹ ਕਹਿੰਦੇ ਤੁਹਾਡੇ ਚਰਨਾਂ ਵਿੱਚ ਜਿਹੜੀ ਕਵਲ ਦੀ ਰੇਖਾ ਹੈ ਸਭ ਤੋਂ ਉੱਤਮ ਚੰਗਾ ਚਿੰਨ੍ਹ ਹੈ, ਲੱਛਣ ਹੈ। ਪ੍ਰਭ ਜੋਤ ਮਿਲੈ ਹੈ, ਇਹ ਤਾਂ ਤੁਹਾਡੀ ਕਹਿੰਦੇ ਤੁਹਾਡੀ ਜਿਹੜੀ ਜੋਤ ਹੈ ਪ੍ਰਭੂ ਦੀ ਜੋਤ ਵਿੱਚ ਲੀਨ ਹੋਵੇਗੀ। ਚੱਕਰ ਵਰਤ ਰਾਜਾ ਕਿਦੋਂ, ਜਾਂ ਤੁਸੀਂ ਕਹਿੰਦੇ ਕਿਸੇ ਸਮੇਂ ਸਾਰੀ ਦੁਨੀਆ ਦੇ ਪਾਤਸ਼ਾਹ ਹੋਵੋਗੇ। ਕਿਸ ਕਾਲ ਬਣੈ ਹੈ, ਕਿਸੇ ਨਾ ਕਿਸੇ ਤੁਸੀਂ ਜਾਂ ਚੱਕਰਵਰਤੀ ਪਾਤਸ਼ਾਹ ਬਣੋਗੇ ਜਾਂ ਵਿਸ਼ਨੂੰ ਦੇ ਅਵਤਾਰ। ਨਿਰਸੰਸਾ ਮਮ ਬਾਰਤਾ, ਮੇਰੀ ਜਿਹੜੀ ਗੱਲ ਕਹੀ ਹੈ ਬਿਨਾਂ ਸੰਸ਼ੇ ਤੋਂ ਹੈ। ਨਿਸ਼ਚੈ ਕਰ ਲੀਜੈ, ਇਹ ਗੁਰੂ ਜੀ ਇਹ ਗੱਲ ਤੇ ਯਕੀਨ ਕਰ ਲਈਏ। ਐਸ਼ਵਰਜ ਹੋਏ ਜਬ ਜਾਚ ਹੂੰ, ਜਦੋਂ ਤੁਹਾਡੇ ਕੋਲੇ ਮਾਲ ਧਨ ਖੁੱਲਾ ਹੋਇਆ ਫਿਰ ਮੈਂ ਮੰਗੂਗਾ। ਤਬ ਹੂੰ ਤੁਮ ਦੀਜੈ, ਜਦੋਂ ਫਿਰ ਮਾਰਾ ਮੂੰਹ ਮੰਗਿਆ ਮੈਨੂੰ ਦੇ ਦਿਓ ਆਪ ਜੀ। ਸੁਨ ਕਰ ਦਿਜ ਤੇ ਅਮਰ ਜੀ, ਗੁਰੂ ਮਹਾਰਾਜ ਨੇ ਉਹ ਬ੍ਰਾਹਮਣ ਤੋਂ ਸੁਣ ਕੇ ਕਹਿ ਬਚਤ ਇਸ ਬੇਰੀ, ਉਸ ਵੇਲੇ ਦੁਰਗਾ ਦਾਸ ਬਚਨ ਨੂੰ ਕਿਹਾ ਹੈ, ਜੇ ਤੁਮ ਬਚ ਸਾਚੋ ਹੋਵੈ, ਜੇ ਕਿਸੇ ਸਮੇਂ ਤੇਰਾ ਬਚਨ ਸੱਚਾ ਹੋ ਜਾਵੇ, ਚਾਚੋ ਬਿਨ ਦੇਰੀ, ਫਿਰ ਵੀ ਬਿਨਾਂ ਦੇਰੀ ਤੋਂ ਸਾਡੇ ਕੋਲੋਂ ਮੂੰਹ ਮੰਗਿਆ ਤੂੰ ਮੰਗ ਲਈ। ਕਹਿ ਦਿਜ ਸੋ ਮਾਰਗ ਚੱਲੇ, ਉਹ ਮਹਾਰਾਜ ਬਚਨ ਕਹਿ ਕੇ ਉਹ ਬ੍ਰਾਹਮਣ ਨੂੰ ਰਸਤੇ ਵੀ ਚੱਲ ਪਏ। ਸ੍ਰੀ ਗੰਗਾ ਨਹਾਏ, ਤੇ ਗੰਗਾ ਤੇ ਜਾ ਕੇ ਇਸ਼ਨਾਨ ਕਰ ਲਿਆ। ਇੱਕ ਸਾਧੂ ਸ਼ੁਭ ਭੇਖ ਮਹਿ, ਇਹ ਚੰਗੇ ਲਿਬਾਸ ਵੀ ਸਾਧੂ ਹੈ ਸੀ ਉੱਥੇ। ਮਗ ਸੰਤ ਮਿਲਾਏ, ਰਸਤੇ ਵਿੱਚ ਹੀ ਉਹ ਸਾਧੂ ਮਿਲ ਪਿਆ ਇਹਨਾਂ ਨੂੰ। ਸਰਬ ਦਿਵਸ ਸੰਗੀ ਰਹੇ, ਸਾਰਾ ਦਿਨ ਉਹ ਸਾਧੂ ਦੇ ਨਾਲ ਰਹੇ। ਉਤਰੇ ਇੱਕ ਥਾਨਾ, ਵੀਰੀ ਜਦੋਂ ਸ਼ਾਮ ਪੈ ਗਈ ਇੱਕ ਜਗ੍ਹਾ ਉਤਰ ਪਏ। ਗਮਨੇ ਬਹੁਰ ਪ੍ਰਭਾਤ ਕੋ, ਜਦੋਂ ਸਵੇਰ ਹੋ ਗਈ ਫਿਰ ਦੋਵੇਂ ਚੱਲ ਪਏ ਸਾਧੂ ਤੇ ਗੁਰੂ ਅਮਰਦਾਸ। ਹਿਤ ਦੋਹਨ ਠਾਨਾ, ਆਪੋ ਵਿੱਚ ਇੱਕ ਦੂਸਰੇ ਨੇ ਕਹਿੰਦੇ ਪ੍ਰੇਮ ਪਿਆਰ ਕੀਤਾ ਹੈ। ਜਾਵਤ ਆਏ ਸਦਨ ਨਿਜ, ਇੰਨਾ ਚਿਰ ਆਪਣੇ ਕਹਿੰਦੇ ਘਰ ਵਿੱਚ ਨਹੀਂ ਆਏ, ਨਾਲ ਹੀ ਹੈ। ਤਾਵਤ ਰਹਿ ਸੰਗਾ, ਉਦੋਂ ਤੱਕ ਜਿਹੜਾ ਉਹ ਸਾਧੂ ਹੈ ਨਾਲ ਹੀ ਰਿਹਾ ਹੈ। ਖਾਨ ਪਾਨ ਇਕਠੋ ਕਰ ਹੈ, ਜਦੋਂ ਭੋਜਨ ਬਣਦਾ ਹੈ ਕਹਿੰਦੇ ਇਕੱਠਿਆਂ ਰਲ ਮਿਲ ਕੇ ਛਕਣਾ ਛਕਾਉਣਾ ਕਰਦੇ। ਰਾਚੈ ਹਰ ਰੰਗਾ, ਦੋਵੇਂ ਕਹਿੰਦੇ ਰੱਬ ਦੇ ਰਾਜ ਵਿੱਚ ਪ੍ਰੇਮ ਵਿੱਚ ਰਚ ਜਾਂਦੇ। ਘਰ ਆਪਣੇ ਸ੍ਰੀ ਅਮਰ ਜੀ, ਆਪਣੇ ਘਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਆਨਿਓ ਹਿਤ ਧਾਰੀ, ਪ੍ਰੇਮ ਧਾਰ ਕੇ ਉਹ ਸਾਧੂ ਨੂੰ ਲੈ ਆਂਦਾ। ਸਾਦਰ ਆਸਨ ਦੇਹ ਕੈ, ਸਤਕਾਰ ਦਾ ਚੰਗਾ ਆਸਨ ਦਿੱਤਾ ਵਿਰਾਜਣ ਲਈ। ਬਹੁ ਸੇਵਾ ਧਾਰੀ, ਇਹਦੀ ਸੇਵਾ ਕੀਤੀ ਸਾਧੂ ਦੀ।
ਭਾਈ ਨਿਸਾ ਸਤ ਸੰਗ ਮਹਿ ਭਈ ਨਿਸਾ ਸਤਸੰਗ ਮੈਂ ਕਹਿੰਦੇ ਜਦੋਂ ਇਸ ਤਰ੍ਹਾਂ ਕਹਿੰਦੇ ਰਾਤ ਹੋ ਗਈ ਤੇ ਸਤਸੰਗਤ ਵਿੱਚ ਬਹੁ ਸਮਾਂ ਬਿਤਾਇਓ ਬਹੁਤਾ ਸਮਾਂ ਕਹਿੰਦੇ ਚੰਗੀ ਸੰਗਤਾਂ ਕਰਦਿਆਂ ਬਤੀਤ ਕੀਤਾ ਹੈ। ਜੁਗਲ ਜਾਮ ਜਾਮਨ ਰਹੀ ਜਦੋਂ ਕਹਿੰਦੇ 2 ਪਹਿਰ ਰਾਤ ਬਾਕੀ ਰਹਿ ਗਈ ਹੈ ਤਬ ਗਾਥ ਚਲਾਇਓ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਜੀ ਚਲਾਈ ਹੈ। ਕਿਸ ਪ੍ਰਸੰਗ ਤੇ ਬਾਰਤਾ ਕਿਸੇ ਪ੍ਰਸੰਗ ਕਰਦਿਆਂ ਜਿਹੜੀ ਗੱਲਬਾਤ ਹੈ ਤਬ ਸਾਧ ਉਚਾਰੀ ਵਿੱਚ ਕਹਿੰਦੇ ਉਹ ਸਾਧੂ ਨੇ ਉਹ ਗੱਲ ਕਹੀ ਗੁਰੂ ਤੁਮਾਰੋ ਕੌਣ ਹੈ ਅਮਰਦਾਸ ਸਾਹਿਬ ਜੀ ਤੁਹਾਡੇ ਜਿਹੜੇ ਗੁਰੂ ਕਿਹੜੇ ਆ ਕਿਸ ਦੀਖਿਆ ਧਾਰੀ ਇਸ ਗੁਰੂ ਕੋਲੋਂ ਤੁਸੀਂ ਸਿੱਖਿਆ ਕਹਿੰਦੇ ਧਾਰਨ ਕੀਤੀ ਕਿੱਥੋਂ ਸਿੱਖਿਆ ਲਈ ਸੁਨ ਸ੍ਰੀ ਅਮਰ ਬਖਾਨਿਓ ਉਹ ਸਾਧੂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਗੁਰ ਮੋਹ ਨ ਪਾਇਓ ਭਈ ਅਜੇ ਅਸੀਂ ਜਿਹੜੇ ਪੂਰੇ ਗੁਰੂ ਹੈ ਪਾਏ ਨਹੀਂ ਸਾਨੂੰ ਲੱਭੇ ਨਹੀਂ ਹੈ ਖੋਜ ਰਹਿਓ ਅਬ ਲਾਖ ਸੋ ਇਹਨੇ ਬੜੀ ਇੱਛਾ ਰੱਖ ਕੇ ਅਸੀਂ ਪੂਰਾ ਗੁਰੂ ਲੱਭ ਰਹੇ ਕੋ ਦ੍ਰਿਸ਼ਟ ਨ ਆਇਓ ਭਈ ਕੱਚੇ ਪਿਲੇ ਤਾਂ ਬਸੇਰੇ ਆ ਪੂਰਾ ਗੁਰੂ ਅਸੀਂ ਕਹਿੰਦੇ ਸਾਡੇ ਹੱਥ ਨਹੀਂ ਆਇਆ ਸੁਨ ਤੋ ਦੁਖਿਓ ਚਿਤ ਸਾਧ ਤਬ ਇਹ ਸੁਣ ਕੇ ਸਾਧੂ ਦਾ ਚਿੱਤ ਬੜਾ ਦੁਖੀ ਹੋ ਗਿਆ ਅਸ ਗਿਰਾ ਉਚਾਰੀ ਉਹ ਸਾਧੂ ਨੇ ਉਹ ਗੱਲ ਆਖੀ ਤਪ ਤੀਰਥ ਬ੍ਰਿਤ ਕਾਲ ਵੱਡ ਜਿਹੜੇ ਮੈਂ ਤਪੱਸਿਆ ਕੀਤੀ ਤੀਰਥ ਯਾਤਰਾ ਕੀਤੇ ਵਰਤ ਰੁਕੇ ਹੋਰ ਘਰਾਂ ਮਿਹਰ ਸਵਾਰ ਕੀਤੀ ਵੱਡੀ ਭਈ ਬਿਫਲ ਹਮਾਰੀ ਇਹਨੇ ਤੁਹਾਡੇ ਨੁਗਰੇ ਦੇ ਨਾਲ ਸੰਗ ਕੀਤਾ ਤੁਹਾਡੇ ਹੱਥੋਂ ਲੈ ਕੇ ਖਾ ਲਿਆ ਮੇਰੀ ਸਾਰੀ ਨਿਸਫਲ ਹੋ ਗਈ ਮਹਾ ਸਮਰਤ ਹੋਏ ਮੈਂ ਕਰੇ ਮੈਂ ਤਾਂ ਬਹੁਤ ਔਖਿਆਂ ਖੇਚਲ ਕਰਕੇ ਸਾਰੇ ਕੀਤੇ ਕਰੇ ਸਭ ਬਾਦ ਗਵਾਏ ਆਏ ਕਹਿੰਦੇ ਸਾਰੇ ਮੇਰੇ ਤੁਸੀਂ ਗੁਰਸ ਗਵਾਤੇ ਨੁਗਰੇ ਨੇ ਭਇਓ ਅਚਾਨਕ ਸਾਥ ਤੁਮ ਤੁਹਾਡੇ ਨੁਗਰਿਆਂ ਦਾ ਚੇਤ ਮੈਨੂੰ ਕਹਿੰਦੇ ਸਾਥ ਹੋ ਗਿਆ ਮੇਲ ਹੋ ਗਿਆ ਇਮ ਕਹਿ ਪਛਤਾਏ ਕਿਉਂਕਿ ਸਾਧੂ ਬੜਾ ਪਛਤਾਵਾ ਕਰਦਾ ਹੈ ਨਿਗੁਰੇ ਕੋ ਸੰਗੀ ਭਇਓ ਇਹ ਵੇਖੋ ਮੈਂ ਸਾਧੂ ਇਹ ਨੁਗਰੇ ਦਾ ਸੰਗੀ ਸਾਥੀ ਹੋ ਗਿਆ ਕੀ ਖਾਨ ਰੋ ਪਾਨਾ ਤੇਰੇ ਹੱਥੋਂ ਲੈ ਕੇ ਮੈਂ ਖਾਣਾ ਪੀਣਾ ਵੀ ਕਰ ਲਿਆ ਹੈ ਪੁੰਨ ਅਕਾਰਜ ਸਭ ਗਏ ਤੇਰੇ ਤਾਂ ਜਿੰਨੇ ਪੁੰਨ ਕੀਤੇ ਸਭ ਨਿਸਫਲ ਚਲੇ ਗਏ ਮੁਝ ਚਿੰਤ ਮਹਾਨਾ ਮੈਨੂੰ ਤਾਂ ਵੀ ਬੜੀ ਚਿੰਤਾ ਹੈ ਵੀ ਕਿਵੇਂ ਮੈਂ ਸਾਰਾ ਕੁਝ ਨਾਸ ਕਰ ਬੈਠਾ ਬ੍ਰਿਧ ਹੋਤ ਲੋ ਇਮ ਰਹਿਓ ਉਧਰ ਸਾਧੂ ਕਹਿੰਦਾ ਦੇਖੋ ਬਿਰਧ ਅਵਸਥਾ ਹੋ ਗਿਆ ਤੂੰ ਐਵੇਂ ਹੀ ਰਿਹਾ ਨਹਿ ਗੁਰੂ ਬਣਾਇਓ ਇਹ ਤੂੰ ਆਪਣਾ ਗੁਰੂ ਕੋਈ ਬਣਾਇਆ ਹੀ ਨਹੀਂ ਹੈ ਮਹਾ ਕਰਮ ਖੋਟਾ ਕੀਓ ਇਹ ਤਾਂ ਵੀ ਤੂੰ ਰਾਹ ਕਰ ਕਹੋ ਕਿ ਬਹੁਤ ਖੋਟਾ ਕੰਮ ਮਨ ਮਤ ਬਿਰਮਾਇਓ ਹੁਣ ਤੱਕ ਤੂੰ ਮਨ ਮਤ ਵਿੱਚ ਹੀ ਭੁੱਲਿਆ ਪਿਆ ਪਰਚਿਆ ਪਿਆ ਚਿਤ ਮੈਂ ਆਤਰਿਸ ਕਰਤ ਹੀ ਉਹ ਸਾਧੂ ਚਿੱਤ ਵਿੱਚ ਬੜਾ ਗੁੱਸਾ ਜਾ ਕਰਦਾ ਹੈ ਉਠ ਮਾਰਗ ਲੀਨਾ ਗੁਰੂ ਅਮਰਦਾਸ ਸਾਹਿਬ ਜੀ ਨੇ ਘਰੋਂ ਉੱਠ ਕੇ ਰਸਤਾ ਫੜਿਆ ਤੁਰ ਪਿਆ ਅਮਰਦਾਸ ਪਛਾਤ ਤਿਸ ਗੁਰੂ ਅਮਰਦਾਸ ਨੇ ਉਹਦੇ ਸਾਧੂ ਦੇ ਜਾਣ ਤੋਂ ਪਿੱਛੋਂ ਪਛਤਾਵਨ ਕੀਨਾ ਬਹੁਤ ਹੀ ਪਛਤਾਵਾ ਕੀਤਾ ਹੈ ਅਪਰ ਸਰਬ ਹੀ ਸੁਧ ਗਈ ਹੋਰ ਤਾਂ ਸਾਰੀ ਹੋਸ਼ ਬੋਝ ਕਿਧਰੇ ਚਲੀ ਗਈ ਇੱਕ ਹੀ ਲਿਵ ਲਾਗੀ ਇੱਕ ਪਾਸੇ ਮਨ ਦੀ ਬਿਰਤੀ ਲੱਗ ਗਈ ਗੁਰੂ ਮਿਲੈ ਕਰ ਲੇਹ ਹਉ ਇਹ ਵੀ ਪੂਰਾ ਸਤਿਗੁਰੂ ਮਿਲ ਲਏ ਤੇ ਮੈਂ ਉਹਨੂੰ ਗੁਰੂ ਧਾਰਨ ਕਰ ਲਾਂਗਾ ਇੱਛਾ ਬਹੁ ਜਾਗੀ ਬਹੁਤ ਤਰਤੀ ਬੜੀ ਇੱਛਾ ਜਾਗ ਪਈ ਪ੍ਰਭ ਆਗੇ ਬਿਨਤੀ ਕਰੈ ਰਾਤ ਨੂੰ ਪਰਮੇਸ਼ਰ ਅੱਗੇ ਬੈਠੇ ਬੇਨਤੀਆਂ ਕਰਦੇ ਪੂਰੋ ਮਮ ਆਸਾ ਇਹ ਪਰਮੇਸ਼ਰ ਵਾਹਿਗੁਰੂ ਮੇਰੀ ਮਨ ਦੀ ਆਸਾ ਪੂਰੀਆਂ ਕਰ ਦਿਓ ਦੀਨ ਬੰਦ ਹਰ ਦਇਆ ਨਿਧ ਇਹ ਤਾਂ ਦੀਨਾ ਦੇ ਬੰਧੂ ਹੈ ਦਇਆ ਕਰਨ ਵਾਲੇ ਹੋ ਖਜ਼ਾਨੇ ਲੱਖ ਦਾਸਨ ਦਾਸਾ ਮੈਨੂੰ ਮਾਰਾ ਦਾਸਾਂ ਦਾ ਦਾਸ ਜਾਣੋ ਪਰਮੇਸ਼ਰ ਕਰਹੁ ਸਫਲ ਮਮ ਕਾਮਨਾ ਇਹ ਮਨ ਦੀ ਜਿਹੜੀ ਕਾਮਨਾ ਪੂਰੀਆਂ ਕਰ ਦਿਓ ਜੀ ਗੁਰ ਦੇਹ ਮਿਲਾਈ ਜਿੱਥੇ ਵੀ ਪੂਰੇ ਸਤਿਗੁਰੂ ਉਹਨੇ ਨਾਲ ਮੈਨੂੰ ਮਿਲਾ ਦਿਓ ਜੀ ਕਿਸ ਇਸ ਪ੍ਰਕਾਰ ਬੇਨਤੀ ਬਹੁ ਇਸ ਤਰ੍ਹਾਂ ਕਹਿੰਦੇ ਬਹੁਤ ਬੇਨਤੀਆਂ ਵਿਦ ਵਡਿਆਈ ਬਹੁਤ ਤਰ੍ਹਾਂ ਦੇ ਨਾਲ ਵਡਿਆਈਆਂ ਕੀਤੀਆਂ ਨਿਸਾ ਬਿਤੀ ਦਿਨ ਆਗਲੋ ਰਾਤ ਬੀਤ ਗਈ ਅਗਲਾ ਦਿਨ ਚੜਿਆ ਆ ਦੁੱਖ ਸਾਥ ਬਿਤਾਵਾ ਇਸ ਪ੍ਰਕਾਰ ਬੇਨਤੀ ਕਰੀ ਬਹੁਤ ਵਿਦ ਵਡਿਆਈ
ਤੇ ਕਰੀ ਸ਼ਬਦ ਆਪਣੇ ਕੋਲੋਂ ਨਾਲ ਲਾਣਾ ਛਪਿਆ ਨਹੀਂ। ਨਿਸ਼ਾ ਬੀਤੀ ਦਿਨ ਆਗਲੋ, ਜਦੋਂ ਰਾਤ ਵੀ ਅਗਲਾ ਦਿਨ ਚੜ ਆਇਆ ਹੈ, ਦੁੱਖ ਸਾਥ ਬਿਤਾਵਾ, ਉਹ ਵੀ ਬੜੇ ਦੁੱਖ ਦੇ ਨਾਲ ਬਤੀਤ ਕੀਤਾ ਹੈ। ਖਾਨ ਪਾਨ ਕਛ ਨਹਿ ਰੁਚੈ, ਖਾਣ ਪਾਣ ਨੂੰ ਕੋਈ ਰੁਚੀ ਨਹੀਂ ਆਉਂਦੀ, ਜੀ ਨਹੀਂ ਕਰਦਾ। ਬੈਰਾਗ ਉਪਾਵਾ, ਮਨ ਦੇ ਵਿੱਚ ਬਹੁਤਾ ਬੈਰਾਗ ਪੈਦਾ ਹੋਇਆ ਆ। ਬਹੁਰ ਭਈ ਜਬ ਜਾਮਨੇ, ਫਿਰ ਜਦੋਂ ਦੂਸਰੀ ਰਾਤ ਹੋਈ ਆਈ, ਸੋਚਤ ਚਿਤ ਜਾਗਾ, ਗੁਰਦਾਸ ਸਾਹਿਬ ਜੀ ਚੰਗਦੇ ਇਸ ਤਰ੍ਹਾਂ ਜਾਗਦੇ ਚਿਤਵੇ ਸੋਚਾਂ ਕਰ ਰਹੇ, ਬਿਲ ਲਾਵਤ ਨਹਿ ਨੀਂਦ ਹੋਏ, ਲਾਭ ਕਰਦੇ ਆ, ਨੀਂਦ ਨਹੀਂ ਆਉਂਦੀ ਹੈ। ਮਨ ਦੁਖ ਮਹਿ ਪਾਗਾ, ਮਨ ਜਿਹੜਾ ਦੁੱਖਾਂ ਦੇ ਵਿੱਚ ਤਦਾਕਾਰ ਹੋ ਗਿਆ, ਭਰ ਗਿਆ। ਨਾਉ ਥਾਉ ਬਿਨ ਰੂਪ ਕੇ, ਨਾਂ ਦਾ ਨਹੀਂ ਪਤਾ, ਕੋਈ ਥਾਂ ਦਾ ਨਹੀਂ ਪਤਾ, ਕੋਈ ਆਕਾਰ ਦਾ ਨਹੀਂ ਪਤਾ, ਇਹ ਤਿੰਨਾਂ ਤੋਂ ਬਿਨਾਂ। ਸਤਿਗੁਰ ਕੋ ਧਿਆਵੈ, ਪਰ ਫਿਰ ਵੀ ਕਹਿੰਦੇ ਪੂਰੇ ਸਤਿਗੁਰੂ ਨੂੰ ਧਿਆਉਂਦੇ ਆ, ਯਾਦ ਕਰਦੇ ਆ। ਪੁਰਹੋ ਮੇਰੀ ਆਸ ਕੋ, ਇਹ ਮਹਾਰਾਜ ਮੇਰੀ ਆਸਾ ਪੂਰੀ ਕਰ ਦਿਓ। ਐਸੇ ਔਰ ਭਾਵੈ, ਮੈਨੂੰ ਮਹਾਰਾਜ ਦੇ ਵਿੱਚ ਐਸੇ ਚੰਗਾ ਲੱਗਦਾ ਵੀ ਤੁਸੀਂ ਆਪੇ ਹੀ ਪੂਰੀ ਕਰੋ, ਆਪੇ ਹੀ ਮਿਲੋ। ਸਰਬ ਕਾਲ ਸਭ ਥਾਨ ਮਹਿ, ਕਿਉਂਕਿ ਸਾਰੇ ਸਮਿਆਂ ਵਿੱਚ, ਸਾਰੇ ਥਾਨਾਂ ਵਿੱਚ ਸਤਿਗੁਰ ਹੈ ਵਿਆਪੈ, ਜਿਹੜੇ ਪੂਰੇ ਸਤਿਗੁਰੂ ਉਹ ਸਾਰੇ ਥਾਵਾਂ ਵਿਆਪਕ ਹੁੰਦੇ, ਹਾਜ਼ਰ ਨਾਜ਼ਰ ਹੁੰਦੇ। ਬਿਨਤੀ ਸੁਨ ਕੈ ਸਰੋਨ ਮੈਂ, ਇਸ ਕਰਕੇ ਪੂਰੇ ਸਤਿਗੁਰੂ ਵਿਆਪਕ ਮੇਰੀ ਕੰਨਾਂ ਵਿੱਚ ਬੇਨਤੀ ਸੁਣ ਕੇ ਦਰਸ਼ਨ ਦੇਹ ਆਪੈ, ਤੁਸੀਂ ਆਪ ਹੀ ਪ੍ਰਗਟ ਹੋ ਕੇ ਮੈਨੂੰ ਦਰਸ਼ਨ ਦੇ ਦਿਓ। ਮੈਂ ਪਰਖਨ ਜਾਣੋ ਨਹੀਂ, ਮੈਂ ਪੂਰੇ ਗੁਰੂ ਦੀ ਪਰਖ ਕਰਨੀ ਨਹੀਂ ਜਾਣਦਾ। ਗੁਰ ਪੂਰਨ ਕੇਹੂ, ਇੱਥੇ ਪੂਰਾ ਗੁਰੂ ਕਿਹੜਾ ਹੈਗਾ? ਆਪਣੋ ਬਿਰਦ ਪਛਾਨ ਇਹ ਕੈ, ਪੂਰੇ ਸਤਿਗੁਰੂ ਆਪਣਾ ਬਿਰਦ ਨਿਜਮ ਪਛਾਣ ਕੇ ਨਿਜ ਦਰਸ਼ਨ ਦੇਹੂ, ਤੁਸੀਂ ਮੈਨੂੰ ਆਪਣੇ ਦਰਸ਼ਨ ਆਪ ਹੀ ਦੇ ਦਿਓ ਆ ਕੇ। ਇਮ ਇੱਕ ਲਿਵ ਲਾਗੀ ਹਿਰਦੈ, ਇਉਂ ਹਿਰਦੇ ਵਿੱਚ ਇੱਕ ਹੀ ਬਿਰਤੀ ਲੱਗ ਰਹੀ ਹੈ। ਤਜ ਕਾਰਜ ਆਨਾ, ਹੋਰ ਸਾਰੇ ਘਰ ਦੇ ਕੰਮ ਛੱਡ ਦਿੱਤੇ। ਖਾਨ ਪਾਨ ਨਿੰਦਰਾ ਨਹੀਂ, ਨਾ ਖਾਣਾ ਪੀਣਾ ਨਾ ਨੀਂਦ, ਤ੍ਰਿਗ ਨੀਰ ਚਲਾਨਾ, ਨੇਤਰਾਂ ਵਿੱਚੋਂ ਅਥਰੂ ਚੱਲਦੇ ਰਹਿੰਦੇ ਆ। ਦੀਰਘ ਸਵਾਸ ਉਤਾਰ ਤੋ, ਲੰਮੇ ਕਹਿੰਦੇ ਲੋਹਰੇ ਜੇ ਲੈਂਦੇ ਹਨ। ਇੱਕ ਤਉ ਬ੍ਰਿਧ ਦੇਹੀ, ਇੱਕ ਤਾਂ ਬਿਰਧ ਅਵਸਥਾ ਹੋ ਚੁੱਕੀ ਹੈ। ਗੰਗਾ ਜਾਵਤ ਜਾਦ ਮਗ, ਜਾਤ ਮਗ, ਰਸਤੇ ਵਿੱਚ ਗੰਗਾ ਦੇ ਜਾਂਦਿਆਂ ਹੋਇਆ ਬਲ ਬਿਨਾ ਅਛੇਹੀ, ਇੱਕ ਰਸ ਬਿਨ ਤੋਂ ਬਿਨਾ ਹੋ ਰਹੇ, ਥਕ ਰਹੇ। ਪ੍ਰੇਮ ਅਧਿਕ ਚਿੰਤਾ ਬਹੁਤ, ਬਹੁਤਾ ਪ੍ਰੇਮ ਹੈ, ਚਿੰਤਾ ਵੀ ਬਹੁਤ ਹੈ ਗੁਰੂ ਤੋਂ ਬਿਨਾਂ। ਔਰ ਮਹਿਦ ਬਸੂਰਾ, ਬਹੁਤ ਹਿਰਦੇ ਵਿੱਚ ਝੂਰਦੇ। ਕੈ ਮਰਹੂੰ ਕੈ ਮਿਲੈ ਅਬ, ਨਾ ਤਾਂ ਵੀ ਪੂਰੇ ਸਤਿਗੁਰੂ ਮਿਲ ਜਾਣ, ਨਹੀਂ ਤਾਂ ਅਸੀਂ ਖਤਮ ਹੋ ਜਾਵਾਂ। ਸ੍ਰੀ ਸਤਿਗੁਰ ਪੂਰਾ, ਜਿਹੜੇ ਪੂਰੇ ਸਤਿਗੁਰੂ ਮੈਨੂੰ ਮਿਲ ਜਾਣ। ਤਿਕ ਜੀਵਨ ਸਤਿਗੁਰ ਬਿਨਾ, ਪੂਰੇ ਸਤਿਗੁਰੂ ਧਾਰੇ ਤੋਂ ਬਦਲ ਜਾਣਾ ਹੀ ਤਰਕਾਰ ਹੈ। ਕੁਛ ਸਾਰਾ ਨ ਕਾਜੂ, ਕਿਉਂਕਿ ਨੁਗਰੇ ਦਾ ਤਾਂ ਕੋਈ ਕੰਮ ਨਹੀਂ ਪੂਰਾ ਹੁੰਦਾ ਹੈ। ਗੁਰ ਬਿਨ ਛਿਤ ਕੋ ਰਾਜ ਕਿਆ, ਜੇ ਗੁਰੂ ਤੋਂ ਬਗੈਰ ਨੁਗਰੇ ਬਣ ਗਏ, ਜੇ ਧਰਤੀ ਦਾ ਰਾਜ ਮਿਲ ਗਿਆ, ਫਿਰ ਕਿਆ ਹੈ ਉਹਦਾ ਲਾਭ? ਤਿਕ ਸੁਰਪੁਰ ਰਾਜੂ, ਹੋਰ ਤਾਂ ਹੋਰ ਕੀ ਹੈ, ਸਵਰਗ ਦਾ ਰਾਜ ਵੀ ਉਹਨੂੰ ਵੀ ਨਹੀਂ ਫਿਰੇ ਲਾਣਾ ਚਾਹੀਦਾ। ਤਪ ਤੀਰਥ ਬ੍ਰਤ ਧਰਮ ਜੋ, ਜਿਹੜੇ ਤਪ ਕਰਨੇ ਹੈ, ਤੀਰ ਯਾਤਰਾ ਕਰਨੀ, ਵਰਤ ਰੱਖਣੇ, ਰਾਜੇ ਧਰਮ ਦੇ ਕੰਮ ਹੈ। ਬਿਨ ਗੁਰ ਨਾ ਫਲਾਵੈ, ਇਹਨੇ ਬਿਨਾਂ ਸਤਿਗੁਰੂ ਧਾਰੇ ਤੋਂ ਨੁਗਰੇ ਦੇ ਨਿਸ਼ਫਲ ਹੁੰਦੇ ਆ, ਸਫਲ ਨਹੀਂ ਹੁੰਦੇ। ਗੁਰ ਬਿਨ ਲੋਕ ਪਰਲੋਕ ਕੋ, ਉਹ ਗੁਰੂ ਤੋਂ ਬਗੈਰ ਤਾਂ ਜਿਹੜਾ ਲੋਕ ਪਰਲੋਕ ਹੈ, ਸੁਖ ਸਕਲ ਨਸਾਵੈ, ਸਾਰੇ ਸੁਖ ਨਾਸ ਹੋ ਜਾਂਦੇ ਨੁਗਰੇ ਦੇ। ਸਤਿਗੁਰ ਪੂਰਾ ਜੇ ਮਿਲੇ, ਇਹ ਵੀ ਕਿਤੇ ਪੂਰਾ ਸਤਿਗੁਰੂ ਮਿਲ ਜਾਵੇ, ਦੇ ਨਿਜ ਉਪਦੇਸ਼ੂ, ਜੋ ਕਿਰਪਾ ਕਰਕੇ ਆਪਣਾ ਚੰਗਾ ਉਪਦੇਸ਼ ਦੇ ਦੇਣ। ਸਫਲ ਤਪਾਦਿਕ ਹੋਤ ਹੈ, ਇਹ ਤਪ ਤੀਰ ਯਾਤਰਾ ਕੀਤੀ ਸਾਰੀ ਸਫਲ ਹੋ ਜਾਂਦੀ। ਮਿਟ ਜਾਤ ਕਲੇਸ਼ੂ, ਹੋਰ ਝਗੜੇ ਝਾਂਜੇ ਵੀ ਸਾਰੇ ਮਿਟ ਜਾਂਦੇ। ਕਰਮਹੀਣ
ਇਮ ਮੈਂ ਰਹਿਓ। ਹਾਂ ਇਸ ਤਰ੍ਹਾਂ ਕਹਿੰਦੇ ਵੀ ਮੈਂ ਮਾੜਾ ਕਰਨ ਸੀ, ਇਸ ਤਰ੍ਹਾਂ ਨਗੁਰਾਈ ਰਹਿ ਗਿਆ। ਅਬ ਸਤਿਗੁਰ ਪਾਉ ਹੁਣ ਮੈਂ ਸਤਿਗੁਰੂ ਪੂਰਾ ਪ੍ਰਾਪਤ ਕਰੂੰਗਾ। ਨਾਤਰ ਤਜ ਕੈ ਅੰਨ ਜਲ ਨਹੀਂ ਤਾਂ ਕਹਿੰਦੇ ਅੰਨ ਖਾਣਾ ਜਲ ਛਕਣਾ ਵੀ ਛੱਡ ਕੇ ਨਿਜ ਤਨ ਬਨ ਸਾਉ। ਆਪਣੇ ਸਰੀਰ ਨੂੰ ਭੁੱਖਿਆ ਤੇ ਆਇਆ ਖਤਮ ਕਰ ਦਊਂਗਾ, ਪਰ ਪੂਰੇ ਸਤਿਗੁਰੂ ਧਾਰਾਂਗਾ, ਨਿਗਰਾ ਨਹੀਂ ਰਹਿਣਾ ਹੈ। ਇਸ ਤਰ੍ਹਾਂ ਦੇ ਖਿਆਲ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਸਮੇਂ ਵਿੱਚ ਕਰਾ ਰਹੇ ਸੀ। ਜਿਵੇਂ ਘਰ ਦੇ ਵਿੱਚ ਹੀ ਪੂਰੇ ਗੁਰੂ ਦੀ ਖਬਰ ਕਨਸੋ ਪੈ ਗਈ। ਗੁਰੂ ਅੰਗਦ ਸਾਹਿਬ ਜੀ ਜਿਹੜੀ ਸੁਪੁੱਤਰੀ ਹੈ, ਇਹਨਾਂ ਦੇ ਘਰ ਦੇ ਵਿੱਚ ਹੀ ਵਿਆਹੀ ਹੋਈ ਸੀ। ਜਿਉਂ ਅੰਮ੍ਰਿਤ ਵੇਲੇ ਉੱਠ ਕੇ ਉਹ ਬਾਣੀ ਪੜ੍ਹ ਰਹੀ ਹੈ, ਦੁੱਧ ਰਿੜਕੀ, ਉਸ ਰਾਹੀਂ ਫਿਰ ਪੂਰੇ ਸਤਿਗੁਰੂ ਦੀ ਖਬਰ ਪੈ ਗਈ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਆਏ ਗੁਰੂ ਅਮਰਦਾਸ ਸਾਹਿਬ ਜੀ। ਉਹ ਕਵੀ ਜੀ ਨੇ ਅਗਲੇ ਪ੍ਰਸੰਗ ਵਿੱਚ ਇਹ ਸਾਰਾ ਇਤਿਹਾਸ ਵਿੱਚ ਸਾਰਾ ਪ੍ਰਸੰਗ ਕਿਹਾ ਹੈ। ਉਹ ਆਪਾਂ ਕੱਲ੍ਹ ਦੀਵਾਨ ਵਿੱਚ ਰਲ ਮਿਲ ਕੇ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਜਿੱਥੇ ਸਮਾਪਤੀ ਹੈ ਜੀ। ਕਰਮਹੀਨ ਇਮ ਮੈਂ ਰਹਿਓ ਅਬ ਸਤਿਗੁਰ ਪਾਉ। ਨਾਤਰ ਤਜ ਕੈ ਅੰਨ ਜਲ ਨਿਜ ਤਨ ਬਿਨ ਸਾਉ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ ਦੁਤੀਏ ਮਹੱਲੇ ਸ੍ਰੀ ਅਮਰਦੇਵ ਪ੍ਰਸੰਗ ਵਰਣਨ। ਨਾਮ ਸਪਤ ਮੋ ਮੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ। ਹੇ ਪੂਰਨ ਹੈ ਸਰਵ ਮੈਂ ਦੁਖ ਭੰਜਨ ਗੁਣਤਾ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਵਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਹੋਵੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਜਾਰਾ ਆਧਾਰ। ਹੇ ਠਾਕੁਰ ਹੋਂ ਦਾਸਰੋ, ਨਾਨਕ ਦੀਜੈ ਨਾਮ ਦਾ ਰੱਖੋ ਹੀਐ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨੇ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਸੇਵੰਦੇ ਨਿਰਪਾਰ, ਜੋ ਸਰਦਾ ਕਰ ਸੇਵੰਦੇ ਨਿਰਪਾਰ। ਉਚਾਰਨ ਹਾਰ ਤੂੰ ਠਾਕੁਰ ਤੋਂ ਹੈ ਅਰਦਾਸ।